सत श्री अकाल, नमस्कार, आदाब दर्शकों। मैं तुहाडा गुरलाल हाजिर प्रोग्राम ओपन प्लेटफार्म लैके जस पंजाबी दे मंच तो। दर्शकों, बहुत कुछ नवा वापर गया पिछले हफ्ते नालों या कल नालों। आपां जिहड़े प्रोग्राम कीते सीगे, चाहे राजनीतिक पद्धर ते आपां जाके देखीए तां किहड़े किन्ने परसेंटेज जो है वोटां होईयां नहीं होईयां, बाद दीयां गल्लां। पर अज अपना एक स्पैशल प्रोग्राम है दर्शकों कि कई संस्थावां हुंदियां ने, कई ऑर्गेनाइजेशनां हुंदियां ने जिहड़ियां कि आपदी निरंतर सेवा चालू रखदियां ने। चाहे आपां खालसा एड की गल कर लीए, मनुखता की सेवा की गल कर लीए, आत्म प्रकाश की गल करिए, उद्दां एक संस्था हैगी है जिन्हां दा प्रोग्राम आपां पहलां भी कीता सीगा ते अज फिर कर रहे हैं, क्योंकि इस संस्था है धीआं पुकारदियां, जिहड़ियां कि पंजाब दे विच ਜਿਹੜੀ ਬੱਚੀਆਂ ਦੇ ਮਾਂ-ਬਾਪ ਸਿਰ 'ਤੇ ਨਹੀਂ ਰਹਿੰਦੇ ਜਾਂ ਹੱਦ ਤੋਂ ਜ਼ਿਆਦਾ ਗਰੀਬ, ਆਰਥਿਕ ਪੱਖੋਂ ਕਾਫੀ ਤੰਗ ਨੇ, ਤਾਂ ਉਹਨਾਂ ਬੱਚੀਆਂ ਪੜ੍ਹਨਾ ਚਾਹੁੰਦੀਆਂ ਪਰ ਉਹਨਾਂ ਕੋਲ ਇੰਨੇ ਸਾਧਨ ਨਹੀਂ ਹੁੰਦੇ, ਫਾਈਨੈਂਸ਼ੀਅਲੀ ਉਹ ਇੰਨੇ ਵੈਲ ਨਹੀਂ ਹੁੰਦੇ ਕਿ ਵੈਲ ਟੂ ਡੂ ਨਹੀਂ ਹੁੰਦੇ ਕਿ ਉਹ ਉਹਨਾਂ ਨੂੰ ਸਕੂਲ ਭੇਜਿਆ ਜਾ ਸਕੇ। ਤਾਂ ਪਰ ਇਹ ਜਿਹੜੀ ਸੰਸਥਾ ਹੈਗੀ ਧੀਆਂ ਪੁਕਾਰਦੀਆਂ, ਇਹ ਜਿਹੜੇ ਸੰਸਥਾ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ। ਕਰੀਬ 29 ਕਾਲਜਾਂ ਤੋਂ ਉੱਪਰ ਕਾਲਜਾਂ ਅਤੇ ਸਕੂਲਾਂ ਦੇ ਵਿੱਚ ਇਹ ਸੰਸਥਾ ਜਿਹੜੀ ਹੈ ਗਰੀਬ ਬੱਚੀਆਂ ਨੂੰ ਪੜ੍ਹਾ ਰਹੀ ਹੈ, ਔਰ ਆਲ ਦ ਵੇ ਇਹਨਾਂ ਨੂੰ ਫਾਲੋ ਅਪ ਕਰਕੇ ਜੋ ਹੈ ਗ੍ਰੈਜੂਏਸ਼ਨ ਤੱਕ ਲੈ ਜਾ ਰਹੀ ਹੈ, ਤਾਂ ਕਿ ਰਸਤੇ ਦੇ ਵਿੱਚ ਵੀ ਕੋਈ ਔਕੜ ਨਾ ਆਵੇ। ਔਰ ਪ੍ਰੋਗਰਾਮ ਆਪਾਂ ਸਪੈਸ਼ਲ ਤਾਂ ਕਰ ਰਹੇ ਕਿਉਂਕਿ ਕੋਵਿਡ ਦੇ ਦਿਨਾਂ ਦੇ ਵਿੱਚ ਵੀ ਜਿੱਥੇ ਹਰ ਪਾਸਾ ਇੱਕ ਦੁਨੀਆ ਥੰਮ ਜੀ ਗਈ ਸੀ, ਉਹਦੇ ਵਿੱਚ ਵੀ ਦਰਸ਼ਕੋ ਇਹ ਜਿਹੜੀ ਧੀਆਂ ਪੁਕਾਰਦੀਆਂ ਆਰਗੇਨਾਈਜੇਸ਼ਨ ਹੈ, ਇਹ ਆਪਦਾ ਕੰਮ ਨਿਰੰਤਰ ਜਾਰੀ ਰੱਖਿਆ। ਚਾਹੇ ਘਰੋਂ ਬਹਿ ਕੇ ਰਿਮੋਟਲੀ ਇਹਨਾਂ ਨੇ ਕੰਮ ਕੀਤਾ। ਹਰੇਕ ਨੂੰ ਜਿੰਨੀ ਵੀ ਸੇਵਾ ਹੋ ਸਕਦੀ ਸੀ, ਜਿੰਨੀ ਵੀ ਸੇਵਾ ਬੱਚਿਆਂ ਨੂੰ ਪਹੁੰਚਾਈ ਜਾਣੀ ਚਾਹੀਦੀ ਸੀ, ਉਹ ਨਿਰੰਤਰ ਪਹੁੰਚਦੀ ਗਈ ਅਤੇ ਬੱਚੀਆਂ ਆਪਦੀਆਂ ਜਿਹੜੀਆਂ ਲੱਗੀਆਂ ਸੀਗੀਆਂ ਉਹ ਆਪਦੇ ਟੀਚੇ 'ਤੇ ਪਹੁੰਚ ਸਕੀਆਂ ਅਤੇ ਹੋਰ ਵੀ ਬੱਚੀਆਂ ਐਡ ਹੋ ਰਹੀਆਂ ਨੇ। ਔਰ ਸਭ ਤੋਂ ਵੱਡੀ ਗੱਲ, ਜਿਹੜਾ ਕਿਸਾਨ ਅੰਦੋਲਨ ਇਸ ਟਾਈਮ ਖਤਮ ਹੋਇਆ ਹੈ, ਉਹਦੇ ਵਿੱਚ ਜਿਹੜੇ ਸ਼ਹੀਦ ਹੋਏ ਪਰਿਵਾਰ ਹੈ, ਜਿਨ੍ਹਾਂ ਦੇ ਬਾਪ ਇਸ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ ਸੀ, ਉਹਨਾਂ ਬੱਚੀਆਂ ਨੂੰ ਵੀ ਲੱਭ ਕੇ ਇਹਨਾਂ ਨੇ ਇਸ ਧੀਆਂ ਪੁਕਾਰਦੀਆਂ ਸੰਸਥਾ ਨੇ ਸਕੂਲ ਭੇਜਣ ਦਾ ਜ਼ਿੰਮਾ ਚੱਕਿਆ। ਪ੍ਰੈਜ਼ੀਡੈਂਟ ਜਿਹੜੇ ਸੰਸਥਾਪਕ ਨੇ ਧੀਆਂ ਪੁਕਾਰਦੀਆਂ ਦੀ ਇਸ ਆਰਗੇਨਾਈਜੇਸ਼ਨ ਦੇ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਕੁਲਦੀਪ ਸਿੰਘ ਸਰਾ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਅਤੇ ਬਾਕੀ ਕੁਐਸਚਨ ਤੇ ਬਹੁਤ ਸਵਾਗਤ ਜੀ ਸਰਦਾਰ ਕੁਲਦੀਪ ਸਿੰਘ ਜੀ ਸਾਡੇ ਇਸ ਓਪਨ ਪਲੇਟਫਾਰਮ ਪ੍ਰੋਗਰਾਮ ਤੇ ਜਸ ਪੰਜਾਬੀ ਦੇ ਮੰਚ ਤੇ। ਸਤਿ ਸ਼੍ਰੀ ਅਕਾਲ ਗੁਰਰਾਜ ਸਿੰਘ ਜੀ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਵਧਾਈ ਦੇ ਪਾਤਰ ਹੋ। ਤੁਸੀਂ ਇਹ ਕਾਫੀ ਲੰਮੇ ਟਾਈਮ ਤੋਂ ਜਿਹੜੇ ਤੁਸੀਂ ਸੇਵਾ ਕਰ ਰਹੇ ਹੋ ਗਰੀਬ ਬੱਚਿਆਂ ਨੂੰ ਪੜ੍ਹਾਉਣ ਦੀ, ਔਰ ਉਸ ਤੋਂ ਬਾਅਦ ਆਲ ਦ ਵੇ ਫਾਲੋ ਅਪ ਕਰ ਰਹੇ ਹੋ। ਪਰ ਉਦੋਂ ਬਾ ਕਮਾਲ ਦੀ ਗੱਲ ਇਹ ਹੋਈ ਕਿ ਕੋਵਿਡ ਦੇ ਦਿਨਾਂ ਦੇ ਵਿੱਚ ਵੀ ਤੁਸੀਂ ਆਪਦੀ ਸੇਵਾ ਨਿਰੰਤਰ ਜਾਰੀ ਰੱਖੀ। ਚਾਹੇ ਤੁਸੀਂ ਉੱਥੇ ਫਿਜ਼ੀਕਲੀ ਨਹੀਂ ਜਾ ਸਕੇ, ਪਰ ਫਿਰ ਵੀ ਤੁਸੀਂ ਜੋ ਹੈ ਆਪਦੀ ਸੇਵਾ ਜਾਰੀ ਰੱਖੀ ਕਿਸੇ ਨਾ ਕਿਸੇ ਦੇ ਥਰੂ। ਫਿਰ ਵੀ ਤੁਸੀਂ ਕਿਸੇ ਨਾ ਕਿਸੇ ਥਰੂ ਆਪਦਾ ਜਿਹੜਾ ਸੇਵਾ ਨਿਰੰਤਰ ਜਾਰੀ ਰੱਖੀ। ਤੁਸੀਂ ਮੈਨੂੰ ਇਹ ਦੱਸੋ ਕਿ ਇਹ ਕਿੱਦਾਂ ਪੋਸੀਬਲ ਕਿੱਦਾਂ ਹੋਇਆ, ਔਰ ਇਹ ਕੋਵਿਡ ਦੇ ਦਿਨਾਂ ਦੇ ਵਿੱਚ ਤੁਸੀਂ ਸੇਵਾ ਉੱਥੇ ਕਿੱਦਾਂ ਪਹੁੰਚਾਈ, ਔਰ ਰਾਬਤਾ ਕਿੱਦਾਂ ਚੱਲਦਾ ਰਿਹਾ? ਹਾਂਜੀ, ਉਹਦੇ ਵਿੱਚ ਜਿਹੜਾ ਪਹਿਲਾ ਸਭ ਤੋਂ ਜ਼ਿਆਦਾ ਜਿਹੜਾ ਸਿਹਰਾ ਉਹ ਤਾਂ ਸਾਡੇ ਡੋਨਰਸ ਸਿਰ 'ਤੇ ਹੈਗਾ। ਉਹਨਾਂ ਨੇ ਜਿਹੜੀਆਂ ਡੋਨੇਸ਼ਨ ਸੀ ਉਹ ਸਾਨੂੰ ਆਉਂਦੀਆਂ ਰਹੀਆਂ ਅਤੇ ਉਹ ਅਸੀਂ ਗਾਂ ਕੁੜੀਆਂ ਤੱਕ ਪਹੁੰਚਾਉਂਦੇ ਰਹੇ। ਇਹਦੇ ਨਾਲ ਥੋੜ੍ਹਾ ਜਿਹਾ ਕੰਮ ਸਲੋ ਜ਼ਰੂਰ ਹੋ ਜਾਂਦਾ ਹੈ ਕਿ ਜਿਹੜਾ ਕੰਮ ਮੈਂ ਉੱਥੇ ਜਾ ਕੇ 1 ਮਹੀਨੇ ਵਿੱਚ 1.5 ਮਹੀਨੇ ਵਿੱਚ ਮੈਂ ਆਪ ਪਰਸਨਲੀ ਕਾਲਜਾਂ ਵਿੱਚ ਵਿਜ਼ਿਟ ਕਰਕੇ ਘਰ ਆਉਂਦਾ ਸੀ, ਇੱਥੇ ਫਿਰ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਲੱਗਦਾ ਕਿਉਂਕਿ ਉਹ ਕੁੜੀਆਂ ਨੂੰ ਅਪਰੋਚ ਕਰਨਾ ਵੀ ਕਈ ਵਾਰੀ ਫੇਸ ਟਾਈਮ 'ਤੇ ਥੋੜ੍ਹਾ ਜਿਹਾ ਸਲੋ ਹੋ ਜਾਂਦਾ, ਕਿਉਂਕਿ ਸਾਰੀਆਂ ਕੁੜੀਆਂ ਦੇ ਕੋਲ ਉਹ ਜਿਹੜੇ ਮੋਬਾਈਲ ਫੋਨ ਨੇ ਉਹ ਸਮਾਰਟ ਫੋਨ ਨਹੀਂ ਹੈਗੇ। ਕੁਝ ਕੁੜੀਆਂ ਨੂੰ ਕੋਂਟੈਕਟ ਕਰਨਾ ਮੁਸ਼ਕਿਲ ਹੋ ਜਾਂਦਾ। ਫਿਰ ਉਹ ਫੋਨ ਵੀ ਕਈ ਵਾਰੀ ਸਾਰੇ ਪਰਿਵਾਰ ਦੇ ਵਿੱਚ ਇੱਕ ਹੀ ਫੋਨ ਹੁੰਦਾ, ਉਹ ਫੋਨ ਫਾਦਰ ਦੇ ਕੋਲ ਹੈ, ਫਾਦਰ ਕੰਮ 'ਤੇ ਗਿਆ ਹੋਇਆ, ਉਹ ਫਿਰ ਕਹਿੰਦਾ ਮੈਂ ਘਰ ਜਾ ਕੇ ਸੁਨੇਹਾ ਦੇਵਾਂਗਾ ਮੈਸੇਜ। ਤਾਂ ਇਸ ਤਰ੍ਹਾਂ ਕਰਕੇ ਥੋੜ੍ਹਾ ਜਿਹਾ ਸਲੋ ਹੋ ਜਾਂਦਾ। ਲੇਕਿਨ ਅਸੀਂ ਫਿਰ ਵੀ ਕਿਸੇ ਕੁੜੀ ਦੇ ਇਸ ਕਰਕੇ ਨਹੀਂ ਕਰੀ ਪੈਸੇ ਡਿਲੇ ਕੀਤੇ ਜਾਂ ਰੋਕੇ ਕਿ ਸਾਡੀ ਉਹਦੇ ਨਾਲ ਇੰਟਰਵਿਊ ਨਹੀਂ ਹੋ ਸਕੀ। ਸਾਨੂੰ ਜਦੋਂ ਵੀ ਐਪਲੀਕੇਸ਼ਨਾਂ ਆਉਂਦੀਆਂ ਨੇ ਅਤੇ ਉਹ ਅਸੀਂ ਅਪਰੂਵ ਕਰਕੇ ਅਤੇ ਉਹਨਾਂ ਨੂੰ ਪੈਸੇ ਭੇਜਣੇ ਸ਼ੁਰੂ ਕਰ ਦਿੰਦੇ ਹਾਂ। ਇੰਟਰਵਿਊ ਬਾਅਦ ਵਿੱਚ ਵੀ ਹੋ ਜਾਂਦੀ ਹੈ ਉਹਨਾਂ ਕੁੜੀਆਂ ਦੇ ਨਾਲ, ਅਤੇ ਇਸ ਕਰਕੇ ਅਸੀਂ ਉਹਨਾਂ ਦੀ ਪੜ੍ਹਾਈ ਦਾ ਨਹੀਂ ਨੁਕਸਾਨ ਹੋਣ ਦਿੱਤਾ ਕੋਵਿਡ ਕਰਕੇ।
ਤੇ ਇਸ ਟਾਈਮ ਕੋਵਿਡ ਦਾ ਕਰਕੇ ਕੋਈ ਗਿਣਤੀ ਵਧੀ ਆ ਘਟੀ ਆ? ਆਪਾਂ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਜਿਹੜੇ ਪਰਿਵਾਰ, ਉਹਦੀ ਗੱਲ ਆਪਾਂ ਬਾਅਦ ਚ ਕਰਾਂਗੇ, ਪਰ ਜਿਹੜਾ ਕੋਵਿਡ ਦਾ ਕਰਕੇ ਜਿਹੜਾ ਟੋਟਲ ਇਸ ਟਾਈਮ ਕਿੰਨੀਆਂ ਲੜਕੀਆਂ ਜਿਨ੍ਹਾਂ ਦੀ ਤੁਸੀਂ ਟੇਕ ਕੇਅਰ ਕਰ ਰਹੇ ਹੋ ਤੇ ਕਿੰਨੇ ਕਾਲਜਸ ਨਾਲ ਤੇ ਸਕੂਲਾਂ ਨਾਲ ਕਨੈਕਟਡ ਹੋ? ਹਾਂ, ਸਾਡੇ ਇਸ ਤਰ੍ਹਾਂ ਹੈ ਕਿ ਸਾਡਾ ਜਿਹੜਾ ਬਜਟ ਹੈ ਉਹ 300 ਕੁੜੀਆਂ ਦਾ ਹੈਗਾ ਕਿ ਐਟ ਐਨੀ ਗਿਵਨ ਟਾਈਮ ਅਸੀਂ 300 ਕੁੜੀਆਂ ਨੂੰ ਪੈਸੇ ਭੇਜਦੇ ਹਾਂ ਹਰ ਮਹੀਨੇ। ਜਿਹੜੀਆਂ ਲੜਕੀਆਂ ਹੈਗੀਆਂ ਨੇ ਉਹ ਸ਼ਹੀਦ ਫਾਰਮਰਸ ਦੀਆਂ, ਉਹਨਾਂ ਨੂੰ ਅਸੀਂ ਡਬਲ ਦਿੰਦੇ ਹਾਂ ਸਕਾਲਰਸ਼ਿਪ, ਕਿਉਂਕਿ ਉਹਨਾਂ ਦੀਆਂ ਲੋੜਾਂ ਵੀ ਜ਼ਿਆਦਾ ਨੇ। ਜਿਹੜੀਆਂ ਦੂਸਰੀਆਂ ਕੁੜੀਆਂ ਨੇ ਬੇਸ਼ੱਕ ਉਹ ਆਰਥਿਕ ਪੱਖੋਂ ਤੇ ਫੈਮਲੀਆਂ ਤੰਗ ਨੇ, ਪਰ ਫਿਰ ਵੀ ਉਹਨਾਂ ਦੇ ਮਾਂ ਪਿਓ ਜਿੰਨੀ ਵੀ ਹੁੰਦੀ ਆ ਥੋੜ੍ਹੀ ਆਮਦਨ ਜ਼ਰੂਰ ਪੈਦਾ ਕਰ ਲੈਂਦੇ ਨੇ। ਲੇਕਿਨ ਜਿਨ੍ਹਾਂ ਲੜਕੀਆਂ ਦੇ ਤੇ ਉਹ ਫਾਦਰ ਜਾਂ ਜਿਹੜੇ ਵੀ ਮੁੱਖ ਅਰਨਰ ਹੈਗੇ ਸੀ ਫੈਮਲੀ 'ਚ, ਜਿਹੜੇ ਸ਼ਹੀਦ ਹੀ ਹੋ ਗਏ ਨੇ, ਉਹਨਾਂ ਦੀਆਂ ਤੇ ਫਿਰ ਜਿਹੜੀਆਂ ਬਾਕੀ ਲੋੜਾਂ ਨੇ ਪੜ੍ਹਾਈ ਤੋਂ ਇਲਾਵਾ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਵੀ ਪੂਰੀਆਂ ਕਰਨਾ ਬਣਦਾ ਹੈ। ਤੇ ਮੈਂ ਤੇ ਉਹ ਆਤਮ ਪ੍ਰਕਾਸ਼ ਸੰਸਥਾ ਵਾਲਿਆਂ ਨੂੰ ਕਿਹਾ ਸੀ ਕਿ ਅਸੀਂ 50 ਕੁੜੀਆਂ ਦਾ ਸਾਡੇ ਕੋਲ ਬਜਟ ਹੈਗਾ ਤੇ ਤੁਸੀਂ ਸਾਨੂੰ 50 ਕੁੜੀਆਂ ਦਿਓ, ਤੇ ਉਸ ਤੋਂ ਬਾਅਦ ਜੇ ਅਸੀਂ ਹੋਰ ਵੀ ਕਰ ਸਕੇ ਤੇ ਅਸੀਂ ਵੱਧ ਵੀ ਕਰਾਂਗੇ। ਤੇ ਅਸੀਂ ਉਹਨਾਂ ਨੂੰ 2000 ਰੁਪਇਆ ਮਹੀਨਾ ਦਿੰਦੇ ਹਾਂ। 50 ਕੁੜੀਆਂ ਦਾ ਫਿਰ 1 ਲੱਖ ਰੁਪਇਆ ਮਹੀਨੇ ਦਾ ਬਣੂਗਾ। ਤੇ ਉਹ ਅਪਰੋਚ ਕਰ ਰਹੇ ਨੇ, ਉਹਨਾਂ ਨੇ ਟੀਮਾਂ ਬਣਾਈਆਂ ਹੋਈਆਂ ਨੇ। ਉਹ ਪਿੰਡ ਪਿੰਡ ਜਾ ਕੇ, ਘਰ ਘਰ ਜਾ ਕੇ ਉਹ ਸਾਰੀ ਉਹਨਾਂ ਦੀ ਜਿਹੜੀ ਲੋੜ ਹੈ ਪਰਿਵਾਰਾਂ ਦੀ ਉਹ ਅਸੈਸ ਕਰ ਰਹੇ ਨੇ। ਤੇ ਉਹਨਾਂ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਜਿਹੜੀਆਂ ਪੜ੍ਹ ਰਹੀਆਂ ਨੇ, ਪੜ੍ਹਨਾ ਚਾਹੁੰਦੀਆਂ ਨੇ, ਤੇ ਉਹਨਾਂ ਦਾ ਉਹ ਸਾਰਾ ਡਾਟਾ ਮੈਨੂੰ ਭੇਜ ਦਿੰਦੇ ਨੇ ਤੇ ਅਸੀਂ ਫਿਰ ਮੈਂ ਉਹਨਾਂ ਕੁੜੀਆਂ ਨੂੰ ਸਿੱਧਾ ਉਹਨਾਂ ਦੇ ਅਕਾਊਂਟ ਵਿੱਚ ਪੈਸੇ ਭੇਜਣੇ ਸ਼ੁਰੂ ਕਰ ਦਿੰਦਾ। ਬਹੁਤ ਵੱਡਾ ਉਪਰਾਲਾ ਹੈ ਜੀ। ਮੈਂ ਦਰਸ਼ਕਾਂ ਨੂੰ ਦੱਸ ਦਵਾਂ, ਕਲੀਅਰ ਕਰਦਾ ਕਿ ਧੀਆਂ ਪੁਕਾਰ ਦੀਆਂ ਸੰਸਥਾ ਵੱਲੋਂ ਜੋ ਕਿਸਾਨ ਸ਼ਹੀਦ ਹੋ ਗਏ ਸੀ ਕਿਸਾਨ ਅੰਦੋਲਨ ਦੇ ਦੌਰਾਨ, ਉਹਨਾਂ ਦੀਆਂ ਬੱਚੀਆਂ ਜਿਹੜੇ ਗਰੀਬ ਕਿਸਾਨ ਸੀ, ਜਿਹੜਿਆਂ ਕੋਲ ਫਾਈਨੈਂਸ਼ੀਅਲੀ ਇੰਨੇ ਵੈਲ ਨਹੀਂ ਸੀਗੇ, ਉਹ ਲੱਭ ਕੇ ਉਹਨਾਂ ਬੱਚੀਆਂ ਨੂੰ ਪੜ੍ਹਾਈ ਦਾ ਖਰਚਾ ਤਾਂ ਦੇ ਹੀ ਰਹੇ, ਉਸ ਤੋਂ ਬਾਅਦ 2000 ਰੁਪਏ ਮਹੀਨਾ ਵੀ ਦੇ ਰਹੇ ਹੈ ਇਹ ਜਿਹੜੀ ਸੰਸਥਾ। ਤੇ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਵੱਧ ਤੋਂ ਵੱਧ ਇਸ ਸੰਸਥਾ ਨਾਲ ਜੁੜੀਏ ਤੇ ਆਪਦਾ ਯੋਗਦਾਨ ਪਾਈਏ। 2000 ਰੁਪਇਆ ਹਰੇਕ ਕੁੜੀ ਨੂੰ, 50 ਕੁੜੀਆਂ ਇਹਨਾਂ ਨੇ ਗੋਦ ਲਈਆਂ, ਉਹਨਾਂ ਨੂੰ ਮਹੀਨਾ ਦੇ ਰਹੇ ਤਾਂ ਕਿ ਉਹਨਾਂ ਦੀ ਬਾਕੀ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। ਕੁਲਦੀਪ ਸਿੰਘ ਜੀ, ਇਹ ਜਿਹੜੀ ਕੋਵਿਡ ਤੋਂ ਮਾਰ ਪਈ, ਉੱਥੋਂ ਵੀ ਥੋੜ੍ਹਾ ਜਿਹਾ ਸਲੋ ਹੋ ਗਿਆ ਸਾਰਾ ਪ੍ਰੋਸੈਸ ਤੁਹਾਡੀ ਸੇਵਾ ਦਾ, ਤਾਂ ਉਸ ਤੋਂ ਬਾਅਦ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਤੁਸੀਂ ਨਵਾਂ ਮਾਰਕਾ ਤੁਸੀਂ ਇਹ ਸੋਚ ਲੈ ਕੇ ਆਏ ਕਿ ਨਹੀਂ ਯਾਰ ਆਪਾਂ ਉਹਨਾਂ ਦੀ ਵੀ ਹੈਲਪ ਕਰਨੀ ਹੈ ਜਿਹੜੇ ਵਿਚਾਰੇ ਉੱਥੇ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ, ਤੇ ਉਹਦੇ ਵਿੱਚ ਤੁਹਾਨੂੰ ਕਿੱਦਾਂ ਤੁਹਾਨੂੰ ਪਤਾ ਲੱਗਿਆ ਕਿ ਫਲਾਣੇ ਪਿੰਡ ਦੇ ਵਿੱਚ ਕਿਸਾਨ ਸ਼ਹੀਦ ਹੋਏ ਤਾਂ ਉਹਦੀ ਜਿਹੜੀ ਬੇਟੀ ਆ ਪੜ੍ਹਨ ਵਾਲੀ ਆ ਜਾਂ ਉਹਨੂੰ ਆ ਜ਼ਰੂਰਤ ਹੈ? ਹਾਂਜੀ, ਇਹ ਸਵਾਲ ਸਾਡੇ ਅੱਗੇ ਬਹੁਤ ਵੱਡਾ ਸੀ, ਕੰਧ ਬਣ ਕੇ ਖੜਾ ਸੀ ਕਿ ਇੱਥੇ ਮੈਂ ਬੈਠਾ ਹੈਗਾ ਤੇ ਮੇਰੇ ਉੱਥੇ ਆਪਣੇ ਪਰਸਨਲ ਕੰਟੈਕਟ ਇੰਨੇ ਨਹੀਂ ਹੈਗੇ ਕਿ ਜਿਨ੍ਹਾਂ ਨੂੰ ਮੈਂ ਇਹ ਸੇਵਾ ਦੇ ਸਕਦਾ। ਤੇ ਇਹ ਤੇ ਫਿਰ ਆਤਮ ਪ੍ਰਕਾਸ਼ ਸੰਸਥਾ ਜਿਹੜੀ ਆ, ਆਤਮ ਪ੍ਰਕਾਸ਼ ਸੋਸ਼ਲ ਵੈਲਫੇਅਰ ਕੌਂਸਲ, ਜਿਹੜੀ ਕਿ ਉਹ ਡਾਕਟਰ ਸਾਹਿਬ ਚਲਾ ਰਹੇ ਨੇ, ਵਰਿੰਦਰਪਾਲ ਸਿੰਘ ਹੋਣੀ, ਤੇ ਫਿਰ ਉਹਨਾਂ ਨੂੰ ਮੈਂ ਕੰਟੈਕਟ ਕੀਤਾ ਤੇ ਉਹ ਇਸ ਪ੍ਰੋਸੈਸ ਪਹਿਲਾਂ ਪਏ ਹੀ ਹੈਗੇ ਸੀ। ਉਹ ਤੇ ਜਾਂਦੇ ਹੀ ਨੇ ਸ਼ਹੀਦ ਪਰਿਵਾਰਾਂ ਦੇ ਪਿੰਡਾਂ ਵਿੱਚ ਜਾਂਦੇ ਨੇ, ਉਹਨਾਂ ਨੂੰ ਦੇਖਦੇ ਨੇ, ਸਾਰੀ ਫੈਮਲੀਜ਼ ਦਾ ਉਹ ਸਾਰਾ ਡਾਟਾ ਇਕੱਠਾ ਕਰਕੇ ਉਹ ਫਿਰ ਪੋਸਟ ਕਰ ਦਿੰਦੇ ਨੇ ਆਨਲਾਈਨ। ਫਿਰ ਉਹਨਾਂ ਦੀ ਹੈਲਪ ਦੇ ਨਾਲ ਮੈਨੂੰ ਫਿਰ ਉਹਨਾਂ ਕੁੜੀਆਂ ਤੱਕ ਮੇਰੀ ਅਪਰੋਚ ਬਣੀ ਤੇ ਫਿਰ ਅਸੀਂ ਉਹਨਾਂ ਨੂੰ ਪੈਸੇ ਭੇਜ ਸਕੇ। ਮੇਰੇ ਕੋਲ ਆਪਣੇ ਕੋਲ ਸਿੱਧਾ ਕੋਈ ਵਸੀਲਾ ਨਹੀਂ ਸੀ ਉਹਨਾਂ ਕੁੜੀਆਂ ਤੱਕ ਪਹੁੰਚ ਕਰਨ ਦਾ। ਆਤਮ ਪ੍ਰਕਾਸ਼ ਜਿਹੜੀ ਸੰਸਥਾ ਵੈਲਫੇਅਰ ਕੌਂਸਲ ਉਹਦਾ ਦੇ ਪਾਤਰ ਨੇ ਉਹ ਵੀ ਕੁਲਦੀਪ ਸਿੰਘ ਜੀ। ਹੁਣ ਆਪਾਂ ਜੇ ਗੱਲ ਕਰੀਏ ਤਾਂ ਇਸ ਟਾਈਮ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਸ਼ਹੀਦ ਹੋਏ ਉਹਨਾਂ ਦੀਆਂ ਕੁੜੀਆਂ ਤੇ ਟੋਟਲ ਹੋਰ ਕਿੰਨੀਆਂ ਕੁੜੀਆਂ ਜਿਹੜੀਆਂ ਟੋਟਲ ਜਿਹੜੀ ਤੁਸੀਂ ਇਸ ਟਾਈਮ ਲਗਾਤਾਰ ਸੇਵਾ ਕਰ ਰਹੇ ਹੋ, ਇਸ ਟਾਈਮ ਟੋਟਲ ਕਿੰਨੀਆਂ ਲੜਕੀਆਂ ਜਿਨ੍ਹਾਂ ਦਾ ਤੁਸੀਂ ਸੇਵਾ ਪਹੁੰਚਾ ਰਹੇ ਹੋ ਉੱਥੇ? ਇਸ ਵੇਲੇ ਤੇ ਸਾਡੇ ਕੋਲ ਅਜੇ 50 ਕੁੜੀਆਂ ਪੂਰੀਆਂ ਨਹੀਂ ਹੋਈਆਂ ਤੇ ਉਹਨਾਂ ਨੂੰ ਅਸੀਂ ਕਿਹਾ ਹੋਇਆ ਕਿ ਅਸੀਂ 50 ਕੁੜੀਆਂ ਤੱਕ ਸਾਡਾ ਬਜਟ ਹੈ ਤੇ ਉਹ ਜਿੰਨੀਆਂ ਵੀ ਕੁੜੀਆਂ ਉਹਨਾਂ ਨੂੰ ਮਿਲਦੀਆਂ ਨੇ ਜਦੋਂ ਉਹ ਜਾਂਦੇ ਨੇ ਸਰਵੇ ਕਰਨ ਪਿੰਡਾਂ ਦੇ ਵਿੱਚ, ਉਹ ਨਾਲ ਦੀ ਨਾਲ ਸਾਨੂੰ ਐਪਲੀਕੇਸ਼ਨਾਂ ਭੇਜ ਦਿੰਦੇ ਨੇ ਜੀ।
ਤੇ ਬਾਕੀ ਦੂਸਰੀਆਂ ਟੋਟਲ ਜਿਹੜੀ ਤੁਹਾਡੀ ਜਿਹੜੀ ਸੇਵਾ ਨਿਰੰਤਰ ਚੱਲ ਰਹੀ ਹੈ ਸ਼ੁਰੂ ਤੋਂ ਪੰਜਾਬ ਦੇ ਵਿੱਚ, ਉਹ ਟੋਟਲ ਲੜਕੀਆਂ ਦੀ ਨੰਬਰ ਕਿੰਨੇ ਨੇ, ਕਿੰਨੇ ਟੋਟਲ ਸੰਖਿਆ? ਇਸ ਵੇਲੇ ਸਾਡੇ ਕੋਲ 236 ਕੁੜੀਆਂ ਨੇ ਜਿਨ੍ਹਾਂ ਨੂੰ ਅਸੀਂ ਹੁਣ ਇਸ ਵੇਲੇ ਸਾਡੀ ਲਿਸਟ ਵਿੱਚ ਨੇ ਜਿਹੜੀਆਂ ਕਿ ਐਕਟਿਵ, ਜਿਨ੍ਹਾਂ ਨੂੰ ਹਰ ਮਹੀਨੇ ਪੈਸੇ ਮਿਲਦੇ ਨੇ। ਤੇ ਉਸ ਤੋਂ ਇਲਾਵਾ ਜਿਹੜੇ ਕੁਛ ਕਾਲਜਾਂ ਦੇ ਵਿੱਚ ਵੀ ਇੱਕ ਕਰੋਨਾ ਕਰਕੇ ਬਹੁਤ ਸਾਰੀ ਉਥਲ ਪੁਥਲ ਹੋਈ ਸੀ। ਬਹੁਤ ਸਾਰੀਆਂ ਕੁੜੀਆਂ ਉਹ ਆਨਲਾਈਨ ਹੀ ਪੜ੍ਹਨ ਲੱਗ ਗਈਆਂ, ਕਈ ਪੜ੍ਹਾਈ ਛੱਡ ਹੀ ਗਈਆਂ। ਉਹਨਾਂ ਦਾ ਫਿਰ ਕਾਲਜ ਦੇ ਪ੍ਰਿੰਸੀਪਲਾਂ ਨਾਲ ਵੀ ਕਨੈਕਸ਼ਨ ਜਿਹੜਾ ਸੀ ਉਹ ਟੁੱਟ ਗਿਆ। ਤੇ ਕਿਉਂਕਿ ਮੈਂ ਜਿਹੜੀਆਂ ਬੱਚੀਆਂ ਲੈਣਾ ਇਹ ਸਾਰੀਆਂ ਕਾਲਜ ਦੇ ਸਟਾਫ ਦੇ ਥਰੂ ਹੀ ਲੈਣਾ, ਖਾਸ ਕਰ ਜਦੋਂ ਮੈਂ ਆਪ ਇੱਥੇ ਬੈਠਾ ਤੇ ਮੇਰੇ ਕੋਲ ਹੋਰ ਕੋਈ ਰਿਲਾਇਬਲ ਕੋਈ ਸੋਰਸ ਨਹੀਂ ਹੈਗਾ। ਤੇ ਉਹ ਕੁੜੀਆਂ ਹੀ ਐਪਲੀਕੇਸ਼ਨਾਂ ਫਿਲ ਕਰਦੀਆਂ ਸੀ, ਪ੍ਰਿੰਸੀਪਲ ਨੂੰ ਦਿੰਦੀਆਂ ਸੀ, ਤੇ ਉਹ ਫਿਰ ਮੈਨੂੰ ਮੇਲ ਕਰ ਦਿੰਦੇ ਸੀ। ਤੇ ਉਹਦੇ ਵਿੱਚ ਇੱਕ ਹੋਰ ਵੀ ਹੋਇਆ ਕਿ ਜਿਹੜੇ ਰਿਜ਼ਲਟ ਵੀ ਨਿਕਲਦੇ ਸੀ ਕਾਲਜਾਂ ਦੇ ਸਮੈਸਟਰ ਦੇ, ਉਹ ਵੀ ਬੜੇ ਪਿੱਛੇ ਹੋ ਗਏ। ਕਈ ਵਾਰੀ 1-2 ਸਮੈਸਟਰਾਂ ਦੇ ਤੇ ਰਿਜ਼ਲਟ ਨਿਕਲ ਹੀ ਨਹੀਂ ਸੀ। ਉਹਨਾਂ ਨੇ ਜਿਹੜਾ ਪਹਿਲਾਂ ਹੀ ਰਿਜ਼ਲਟ ਸੀ ਉਹਨੂੰ ਦੁਬਾਰਾ ਲਾਗੂ ਕਰਕੇ ਤੇ ਉਹਨਾਂ ਕੁੜੀਆਂ ਨੂੰ ਅਗਲੀ ਕਲਾਸ 'ਚ ਉਹਨਾਂ ਨੂੰ ਪ੍ਰਮੋਟ ਕਰ ਦਿੱਤਾ। ਤੋ ਉਹ ਇਹ ਸਾਰੀਆਂ ਮੁਸ਼ਕਲਾਂ ਦੇ ਨਾਲ ਉਹ ਜਿਹੜਾ ਸਾਡਾ ਕੰਮ ਸਲੋ ਜ਼ਰੂਰ ਹੋਇਆ। ਤੇ ਇਸ ਕਰਕੇ ਸਾਡੇ ਕੋਲ ਹੁਣ ਹੋਰ ਪ੍ਰਿੰਸੀਪਲਸ ਨੇ, ਪ੍ਰੋਫੈਸਰ ਵੀ ਨੇ ਜਿਨ੍ਹਾਂ ਨੇ ਮੈਨੂੰ ਮੈਸੇਜ ਅਜੇ ਅੱਜ ਹੀ ਆਏ ਨੇ ਕਿ ਉਹ ਮਾਫੀ ਮੰਗ ਰਹੇ ਸੀ ਕਿ ਅਸੀਂ ਪੈਕੇਜ ਸਾਡਾ ਲੇਟ ਹੋ ਗਿਆ। ਤੇ ਉਹ ਇੱਕ ਦੋ ਨੇ ਭੇਜਿਆ ਹੋਇਆ, ਉਹ 10 ਦਿਨ ਲੱਗ ਜਾਂਦੇ ਨੇ ਪੈਕੇਜ ਆਉਣ ਦੇ ਵਿੱਚ। ਤਾਂ ਮੈਨੂੰ ਉਮੀਦ ਹੈ ਕਿ ਸਾਡੀ ਮਾਰਚ ਦੇ ਮਹੀਨੇ ਦੇ ਵਿੱਚ ਸਾਡੀ ਫਿਰ ਉਹ 300 ਦੀ ਗਿਣਤੀ ਪੂਰੀ ਹੋ ਜਾਊਗੀ। ਵੈਰੀ ਨਾਈਸ। ਜੇ ਆਪਾਂ ਦਰਸ਼ਕਾਂ ਨੂੰ ਦੱਸਣਾ ਹੋਵੇ ਕਿ ਕਿਸੇ ਨੇ ਡੋਨੇਟ ਕਰਨਾ ਆ ਤੇ ਉਹ ਤੁਹਾਨੂੰ ਕਿੱਦਾਂ ਰਾਬਤਾ ਕਾਇਮ ਕਰਨ, ਤੁਸੀਂ ਆਪ ਦੇ ਮੂੰਹ ਇੱਕ ਵਾਰ ਦਰਸ਼ਕਾਂ ਨੂੰ ਦੱਸ ਦਿਓ। ਹਾਂਜੀ, ਅਸੀਂ ਤੇ ਜਿਹੜਾ ਵੀ ਸਾਧਨ ਤੁਹਾਨੂੰ ਕਨਵੀਨੀਅੰਟ ਹੋਵੇ ਤੁਸੀਂ ਪੇਪਾਲ ਰਾਹੀਂ ਭੇਜ ਸਕਦੇ ਆ ਪੈਸੇ। ਸਾਡਾ ਧੀਆਂ ਪੁਕਾਰਦੀਆਂ ਦਾ ਅਕਾਊਂਟ ਹੈ। ਤੁਸੀਂ ਚੈੱਕ ਮੇਲ ਕਰ ਸਕਦੇ ਆ 2156 ਫੈਲਡਾਰਟ ਲੇਨ, ਨੇਪਰਵਿਲ, ਇਲੀਨੋਇਸ 60540। ਤੇ ਤੁਸੀਂ ਕ੍ਰੈਡਿਟ ਕਾਰਡ ਨਾਲ ਸਾਡੇ ਵੈਬਸਾਈਟ ਤੇ ਧੀਆਂ ਪੁਕਾਰਦੀਆਂ .org ਉਹਦੇ ਵੈਬਸਾਈਟ ਤੇ ਸਾਡੇ ਪ੍ਰੋਵੀਜ਼ਨ ਹੈਗਾ। ਤੁਸੀਂ ਉੱਥੇ ਵੀ ਕ੍ਰੈਡਿਟ ਕਾਰਡ ਨੰਬਰ ਦੇ ਕੇ ਤੁਸੀਂ ਡੋਨੇਟ ਕਰ ਸਕਦੇ ਆ। ਤੇ ਜਿਸ ਤਰ੍ਹਾਂ ਵੀ ਤੁਹਾਨੂੰ ਸਹੂਲਤ ਹੋਵੇ, ਜੇ ਤੁਸੀਂ ਹੋਰ ਇਨਫੋਰਮੇਸ਼ਨ ਚਾਹੁੰਦੇ ਹੋ ਇਹਦੇ ਬਾਰੇ, ਤੁਸੀਂ ਮੇਰਾ ਫੋਨ ਨੰਬਰ ਹੈ 6303053233। ਸਾਡਾ ਦੂਸਰਾ ਫੋਨ ਵੀ ਹੈ 6303053486। ਜੀ ਕੁਲਦੀਪ ਸਿੰਘ ਜੀ, ਤੁਸੀਂ ਬੇਸਿਕਲੀ ਆਪਾਂ ਧੀਆਂ ਪੁਕਾਰਦੀਆਂ .org ਜਿਹੜਾ ਵੈਬਸਾਈਟ ਹੈ ਉਹਦੇ ਉੱਤੇ ਜਾ ਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਆਪ ਦਾ ਯੋਗਦਾਨ ਪਾ ਸਕਦੇ ਹੋ। ਕੁਲਦੀਪ ਸਿੰਘ ਜੀ, ਆਪਾਂ ਨੂੰ ਰੁਕਣਾ ਪੈ ਰਿਹਾ ਕੁਇਕ ਬ੍ਰੇਕ ਲਈ। ਆਪਾਂ ਵਾਪਸ ਜੁੜਦੇ ਹਾਂ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਨੇ ਮਾਣਯੋਗ ਕੁਲਦੀਪ ਸਿੰਘ ਸਰਾਜ ਜਿਹੜੇ ਕਿ ਧੀਆਂ ਪੁਕਾਰਦੀਆਂ ਆਰਗੇਨਾਈਜੇਸ਼ਨ ਦੇ ਸੰਸਥਾਪਕ ਨੇ। ਬਹੁਤ ਸੋਹਣਾ ਵਿਸਤਾਰ ਨਾਲ ਦੱਸ ਰਹੇ ਕਿ ਉਹਨਾਂ ਦੀ ਸੰਸਥਾ ਕਿੱਦਾਂ ਕੰਮ ਕੀਤੀ, ਖਾਸ ਕਰਕੇ ਕੋਵਿਡ ਦੇ ਦਿਨਾਂ 'ਚ ਵੀ ਉਹ ਨਿਰੰਤਰ ਜਾਰੀ ਰਹੀ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਇੱਦਾਂ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੇਟਫਾਰਮ। ਸਾਡੇ ਨਾਲ ਜੁੜੇ ਹੋਏ ਨੇ ਧੀਆਂ ਪੁਕਾਰਦੀਆਂ ਆਰਗੇਨਾਈਜੇਸ਼ਨ ਦੇ ਸੰਸਥਾਪਕ ਸਰਦਾਰ ਕੁਲਦੀਪ ਸਿੰਘ ਸਰਾਜ। ਕੁਲਦੀਪ ਸਿੰਘ ਜੀ, ਸਵਾਗਤ ਤੁਹਾਡਾ ਬ੍ਰੇਕ ਤੋਂ ਬਾਅਦ ਫਿਰ। ਮੇਰਾ ਕੁਇਕ ਕੁਐਸਚਨ, ਜਿਹੜੇ ਆਪਾਂ ਇੱਥੇ ਛੱਡੇ ਸੀ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਜਿਹੜੇ ਕਿਸਾਨ, ਉਹ ਗਰੀਬ ਕਿਸਾਨਾਂ ਦੀਆਂ ਕੁੜੀਆਂ ਨੂੰ ਤੁਸੀਂ ਪੜ੍ਹਾ ਰਹੇ ਹੋ, ਬੜੇ ਵੱਡਾ ਉਪਰਾਲਾ। ਤੇ ਉੱਦਾਂ ਵੀ ਤੁਸੀਂ ਬਾਕੀ ਦੀਆਂ ਕੁੜੀਆਂ ਪਹਿਲਾਂ ਕਿਸਾਨ ਅੰਦੋਲਨ ਤੋਂ ਪਹਿਲਾਂ ਵੀ ਇਹ ਆਰਗੇਨਾਈਜੇਸ਼ਨ ਚਲਾ ਰਹੇ ਸੀ। ਕੋਵਿਡ ਦੇ ਦਿਨਾਂ ਦੇ ਵਿੱਚ ਬੜੀ ਹਿੰਮਤ ਨਾਲ ਕੰਮ ਲੈ ਕੇ ਤੁਸੀਂ ਕਿਸੇ ਜਿਹੜੀ ਸੇਵਾ ਪੁੱਜਦੀ ਕੀਤੀ। ਤੇ ਕੁਐਸਚਨ ਖੜਾ ਹੋ ਜਾਂਦਾ ਹੈ ਜੀ, ਕੋਈ ਵੀ ਆਰਗੇਨਾਈਜੇਸ਼ਨ ਹੈ, ਤੁਸੀਂ ਇੱਥੋਂ ਆਪਦੇ ਡੋਨਰਸ ਕੋਲੋਂ ਪੈਸਾ ਇਕੱਠਾ ਕਰਦੇ ਹੋ ਤੇ ਫਿਰ ਉੱਥੇ ਚੰਗੀ ਤਰ੍ਹਾਂ ਲਗਾ ਰਹੇ ਹੋ, ਕਿਉਂਕਿ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜੀ ਹਰੇਕ ਆਰਗੇਨਾਈਜੇਸ਼ਨ 'ਚ ਹੋ ਜਾਂਦੀ ਹੈ। ਪਰ ਤੁਹਾਡੀ ਜਿਹੜੀ ਧੀਆਂ ਪੁਕਾਰਦੀਆਂ ਸੰਸਥਾ ਹੈ ਕਿ ਇੱਕਦਮ ਪਾਕ ਸਾਫ਼ ਹੈਗਾ ਸਭ ਕੁਛ। ਤੇ ਜੋ ਵੀ ਤੁਸੀਂ ਮਨੀ ਇੱਥੋਂ ਇਕੱਠੀ ਕਰਦੇ ਹੋ ਆਪਦੇ ਕੋਲੋਂ ਵੀ ਲਾਉਂਦੇ ਹੋ ਤੇ ਉੱਥੇ ਜਾ ਕੇ ਇੱਕ ਪੈਸੇ ਦਾ ਹਿਸਾਬ ਜਿਹੜਾ ਆ ਉਹ ਦਿੱਤਾ ਲਿਆ ਜਾਂਦਾ। ਤੇ ਹਰ ਜਿਹੜੀ ਕੋਰਨਰ ਆ, ਜਿੱਥੇ ਨੀਡੀ ਆ, ਜਿੱਥੇ ਜ਼ਰੂਰਤ ਹੈ, ਉੱਥੇ ਉਹ ਪੈਸਾ ਲੱਗ ਰਿਹਾ ਹੈ। ਕਿੱਦਾਂ ਪੋਸੀਬਲ ਕਰਦੇ ਹੋ ਸਰ? ਹਾਂਜੀ, ਇਹ ਕਿਸੇ ਵੀ ਸੰਸਥਾ ਦੀ ਜਿਉਂਦੇ ਰਹਿਣ ਵਾਸਤੇ ਇਹ ਬੜਾ ਜ਼ਰੂਰੀ ਹੁੰਦਾ।
ਕਿ ਜਿਹੜੇ ਉਹਦੇ ਡੋਨਰਸ ਨੇ ਉਹਨਾਂ ਨੂੰ ਕੰਪਨੀ ਦੀ ਮੈਨੇਜਮੈਂਟ ਤੇ ਸੰਸਥਾ ਦੇ ਮੈਨੇਜਮੈਂਟ ਤੇ ਉਹਨਾਂ ਨੂੰ ਪੂਰਾ ਯਕੀਨ ਹੋਵੇ ਕਿ ਜਿਸ ਪਰਪਸ ਲਈ ਅਸੀਂ ਇਹ ਪੈਸੇ ਦੇ ਰਹੇ ਹਾਂ ਉਸੇ ਪਰਪਸ ਲਈ ਪੈਸੇ ਖਰਚੇ ਜਾ ਰਹੇ ਨੇ। ਅਸੀਂ ਜਦੋਂ ਇਹ ਧੀਆਂ ਪੁਕਾਰ ਦੀਆਂ ਸੰਸਥਾ ਸ਼ੁਰੂ ਕੀਤੀ ਸੀ ਨਾ ਜੀ, ਤੇ ਪਹਿਲਾ ਜਿਹੜਾ ਮੈਂ ਵਾਅਦਾ ਕੀਤਾ ਸੀ ਡੋਨਰਸ ਨਾਲੋਂ ਵੀ ਪਹਿਲਾਂ ਆਪਣੇ ਆਪ ਨਾਲ, ਕਿ ਇਹ ਸੰਸਥਾ ਅਸੀਂ $0 ਆਪਰੇਟਿੰਗ ਐਕਸਪੈਂਸਿਸ ਦੇ ਨਾਲ ਚਲਾਉਣੀ ਹੈ। ਤੇ ਇਹ ਹੁਣ ਤੱਕ, ਅੱਜ ਸਾਨੂੰ ਹੁਣ ਇਹ 12ਵਾਂ ਸਾਲ ਚੱਲ ਰਿਹਾ, ਅਸੀਂ ਹੁਣ ਤੱਕ ਸਾਡੇ ਕੋਈ ਆਪਰੇਟਿੰਗ ਐਕਸਪੈਂਸਿਸ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਕਿ ਐਕਸਪੈਂਸਿਸ ਹੈ ਨਹੀਂ ਹੈ, ਉਹ ਜਿੰਨੇ ਵੀ ਨੇ ਸਾਰੇ ਮੈਂ ਆਪਣੇ ਕੋਲੋਂ ਕਰਦਾ। ਸਾਨੂੰ ਜਿੰਨੀਆਂ ਵੀ ਡੋਨੇਸ਼ਨਸ ਆਉਂਦੀਆਂ ਨੇ ਉਹ ਸਾਰੀਆਂ ਟੂ ਦਾ ਲਾਸਟ ਡਾਲਰ ਉਹ ਲੜਕੀਆਂ ਨੂੰ ਜਾਂਦੀਆਂ ਨੇ। ਸੋ ਇੱਕ ਤੇ ਇਹ ਗੱਲ ਹੈਗਾ ਪਹਿਲਾ ਕਿ ਸਾਡੀ ਇਸੇ ਕਰਕੇ ਸਾਡੀ ਜਿਹੜੀ ਇਹ ਫੰਡਸ ਆਉਂਦੇ ਉਹਨਾਂ 'ਚ ਬਰਕਤ ਬੜੀ ਹੈ ਕਿ ਉਹਦੇ ਵਿੱਚ ਕਿਸੇ ਦੀ ਕੋਈ ਤਨਖਾਹ ਨਹੀਂ ਹੈ, ਕੋਈ ਵਹੀਕਲ ਨਹੀਂ ਹੈ, ਕੋਈ ਆਫਿਸ ਦਾ ਕਿਰਾਇਆ ਨਹੀਂ ਹੈ। ਮੇਰਾ ਘਰ ਦੇ ਵਿੱਚ ਹੀ ਆਫਿਸ ਹੈ, ਜਿਹੜੀ ਮੇਰੀ ਕਾਰ ਹੈ ਉਹੀ ਕੰਪਨੀ ਕਾਰ ਹੈ, ਤੇ ਇਸ ਕਰਕੇ ਅਸੀਂ ਕੋਈ ਕਿਤੇ ਵੀ ਉਹਦਾ 'ਚ ਉਹ ਜਿਹੜਾ ਹੈਗਾ ਫੰਡ ਨੇ ਉਹ ਡਰੇਨ ਨਹੀਂ ਹੁੰਦੇ। ਦੂਸਰੀ ਗੱਲ ਇਹ ਕਿ ਜਦੋਂ ਫੰਡ ਜਾਂਦੇ ਨੇ ਇੱਥੇ ਤੇ ਫਿਰ ਉਹ ਲੜਕੀਆਂ ਦੀ ਸੁਪਰਵਿਜ਼ਨ ਕੌਣ ਕਰਦਾ ਕਿ ਇਹ ਫੰਡ ਕਿਸ ਤਰ੍ਹਾਂ ਵਰਤੇ ਜਾ ਰਹੇ ਨੇ, ਠੀਕ ਵਰਤੇ ਜਾ ਰਹੇ ਨੇ। ਅਸੀਂ ਹਰ ਕਾਲਜ ਦੇ ਵਿੱਚ ਇੱਕ 3 ਮੈਂਬਰੀ ਮੋਨੀਟਰਿੰਗ ਕਮੇਟੀ ਬਣਾਈ ਹੋਈ ਹੈ। ਉਹਦੇ ਵਿੱਚ ਇੱਕ ਸਟੂਡੈਂਟ ਹੁੰਦਾ, ਇੱਕ ਸਟਾਫ ਮੈਂਬਰ ਹੁੰਦਾ, ਇੱਕ ਉਹਨਾਂ ਦਾ ਪ੍ਰਿੰਸੀਪਲ ਹੁੰਦਾ, ਤੇ ਉਹ ਸਾਰੇ ਨਿਗਾਹ ਰੱਖਦੇ ਨੇ। ਉਹਨਾਂ ਸਾਰਿਆਂ ਦੇ ਕੋਲ ਲਿਸਟਾਂ ਹੁੰਦੀਆਂ ਉਸ ਕਾਲਜ ਦੀਆਂ, ਉਹਨਾਂ ਲੜਕੀਆਂ ਦੀਆਂ ਜਿਨ੍ਹਾਂ ਲੜਕੀਆਂ ਨੂੰ ਸਕਾਲਰਸ਼ਿਪ ਇੱਥੋਂ ਜਾਂਦੇ ਨੇ, ਤੇ ਉਹ ਤਿੰਨੇ ਰਲ ਕੇ ਉਹ ਉਹਨਾਂ ਕੁੜੀਆਂ ਦੇ ਉੱਤੇ ਨਿਗਾਹ ਰੱਖਦੇ ਨੇ ਕਿ ਉਹ ਠੀਕ ਪੜ੍ਹਦੀਆਂ ਨੇ, ਠੀਕ ਨੰਬਰ ਲੈਂਦੀਆਂ ਨੇ। ਜੇ ਕਿਸੇ ਦੀ ਮੈਰਿਜ ਹੋ ਜਾਂਦੀ ਹੈ, ਜੇ ਉਹਦੀ ਪੜ੍ਹਾਈ ਬੰਦ ਹੋ ਜਾਂਦੀ ਹੈ, ਤੇ ਉਹ ਮੈਨੂੰ ਉਸੇ ਦਿਨ ਹੀ ਜਾਂ ਅਗਲੇ ਦਿਨ ਖਬਰ ਆ ਜਾਂਦੀ ਹੈ ਕਿ ਇਹ ਹੁਣ ਕੁੜੀ ਸਟੂਡੈਂਟ ਨਹੀਂ ਹੈਗੀ ਤੇ ਤੁਸੀਂ ਇਹਦੇ ਪੈਸੇ ਬੰਦ ਕਰ ਦਿਓ। ਤੇ ਉਹ ਖਾਸ ਕਰ ਜਿਹੜੀਆਂ ਮੋਨੀਟਰ ਜਿਹੜੀਆਂ ਕੁੜੀਆਂ ਨੇ ਉਹ ਸਗੋਂ ਪਹਿਲਾਂ ਹੁੰਦੀਆਂ ਨੇ ਜਿਹੜੀ ਕਿ ਖਬਰ ਕਰ ਦਿੰਦੀਆਂ ਨੇ ਆਪਣੇ ਪ੍ਰੋਫੈਸਰ ਨੂੰ, ਪ੍ਰੋਫੈਸਰ ਦੱਸ ਦਿੰਦੇ ਨੇ ਪ੍ਰਿੰਸੀਪਲ ਨੂੰ, ਪ੍ਰਿੰਸੀਪਲ ਉਸ ਵੇਲੇ ਮੈਨੂੰ ਈਮੇਲ ਭੇਜ ਦਿੰਦੇ ਨੇ। ਸੋ ਇਸ ਤਰ੍ਹਾਂ ਅਸੀਂ ਉਹ ਕਿਸੇ ਵੀ ਉਹ ਪੈਸੇ ਦਾ ਕੋਈ ਵੀ ਜਿਹੜਾ ਮਿਸਯੂਜ਼ ਹੈ ਉਹਦੇ ਵਿੱਚ ਕੋਈ ਕਰਨ ਦੀ ਗੁੰਜਾਇਸ਼ ਨਹੀਂ ਰਹਿਣ ਦਿੰਦੇ। ਦੂਸਰਾ ਹੈਗਾ ਕਿ ਹਰ ਸਮੈਸਟਰ ਦਾ ਜਿਹੜਾ ਰਿਜ਼ਲਟ ਹੁੰਦਾ ਉਹ ਮੈਨੂੰ ਉਹ ਕੁੜੀਆਂ ਆਪ ਵੀ ਭੇਜ ਦਿੰਦੀਆਂ ਨੇ ਤੇ ਪ੍ਰਿੰਸੀਪਲ ਵੀ ਭੇਜ ਦਿੰਦੇ ਨੇ ਕਿ ਇੰਨੀਆਂ ਕੁੜੀਆਂ ਸੀ, ਇਹਨਾਂ ਵਿੱਚੋਂ ਇੰਨੀਆਂ ਗ੍ਰੈਜੂਏਟ ਹੋ ਗਈਆਂ ਨੇ, ਇੰਨੀਆਂ ਨੇ ਗਾਂ। ਜੇ ਕਿਸੇ ਨੇ ਪਹਿਲਾਂ BA ਤੱਕ ਹੀ ਉਹਨਾਂ AMC ਜੇ ਉਹਨਾਂ ਨੇ MA ਜੁਆਇਨ ਕਰ ਲਈ ਹੈ, ਮੈਨੂੰ ਦੱਸ ਦਿੰਦੇ ਨੇ। ਅਸੀਂ ਪੈਸੇ ਨਹੀਂ ਭੇਜਣੇ ਬੰਦ ਕਰਦੇ ਜਦ ਤੱਕ ਕੁੜੀ ਆਪ ਹੀ ਨਹੀਂ ਕਹਿ ਦਿੰਦੀ ਕਿ ਮੈਂ ਹੋਰ ਨਹੀਂ ਪੜ੍ਹ ਸਕਦੀ। ਸਾਡੀ ਕੁੜੀਆਂ ਨੇ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਹੈ। ਇੱਕ ਕੁੜੀ ਸੀ ਪ੍ਰਾਚੀ ਚੰਡੀਗੜ੍ਹ ਤੋਂ, ਉਹਨੇ PCS ਟੈਸਟ ਪਾਸ ਕੀਤਾ ਤੇ ਉਹ ਹੁਣ ਸ਼ੀਜ਼ ਮੈਜਿਸਟ੍ਰੇਟ ਦੇ ਰਹੇ ਨੇ ਚੰਡੀਗੜ੍ਹ। ਤੇ ਕੁਛ ਕੁੜੀਆਂ ਇੱਥੇ ਕੈਨੇਡਾ ਵੀ ਹਾਇਰ ਐਜੂਕੇਸ਼ਨ ਵਾਸਤੇ ਵੀ ਆਈਆਂ ਨੇ ਜਿਨ੍ਹਾਂ ਦੀ ਕਿ ਅਸੀਂ ਪਹਿਲਾਂ ਉੱਥੇ ਸ਼ੁਰੂ ਵਿੱਚ ਮਦਦ ਕੀਤੀ ਸੀ। ਤੇ ਇਸ ਤੋਂ ਇਲਾਵਾ ਹੁਣ ਇੱਕ ਜਿਹੜੀ ਵੱਡੀ ਐਡੀਸ਼ਨਲ ਹੈਲਪ ਮੈਨੂੰ ਹੁਣ ਜਿਹੜੀ ਮੇਰੇ ਕੋਲ ਹੈ ਉਹ ਇਹ ਹੈ ਕਿ ਉੱਥੇ ਮਹਿੰਦੀਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਇੱਕ ਲੜਕੀ ਸੀ ਤੇ ਉਹਦੇ ਬਚਪਨ 'ਚ ਹੀ ਉਹਦੇ ਪੇਰੈਂਟਸ ਦੋਵੇਂ ਹੀ ਉਹਦੀ ਡੈਥ ਹੋ ਗਈ ਸੀ ਤੇ ਉਹਦੀ ਗ੍ਰੈਂਡ ਮਦਰ ਨੇ ਪਾਲਿਆ ਸੀ ਤੇ 4 ਕੁ ਸਾਲ ਹੋ ਗਏ ਗ੍ਰੈਂਡ ਮਦਰ ਦੀ ਡੈਥ ਹੋ ਗਈ ਸੀ। ਤੇ ਇਸ ਕੁੜੀ ਨੂੰ ਜਦੋਂ ਮੈਂ ਉਸ ਸਕੂਲ ਵਿੱਚ ਗਿਆ ਉਹ ਸਾਰੇ ਪ੍ਰਿੰਸੀਪਲ ਵੀ ਤੇ ਸਟਾਫ ਵੀ ਤੇ ਟੀਚਰ ਵੀ ਸਾਰੇ ਕਹਿ ਰਹੇ ਸੀ ਕਿ ਤੁਸੀਂ ਇਸ ਲੜਕੀ ਦੀ ਜ਼ਿਆਦਾ ਹੈਲਪ ਕਰੋ ਕਿ ਪੜ੍ਹਨ ਲਈ ਬਹੁਤ ਚੰਗੀ ਹੈ ਤੇ ਲੇਕਿਨ ਇਹਦੀ ਕੋਈ ਸਪੋਰਟ ਨਹੀਂ ਹੈ, ਕੋਈ ਬੇਸ ਨਹੀਂ ਹੈ, ਕੋਈ ਜਾਇਦਾਦ ਨਹੀਂ ਹੈ, ਕੋਈ ਰਿਸ਼ਤੇਦਾਰ ਨਹੀਂ ਸੰਭਾਲਣ ਵਾਲਾ। ਤੇ ਮੈਂ ਕਿਹਾ ਕਿ ਠੀਕ ਹੈ ਮੈਂ ਜੋ ਵੀ ਮੈਂ ਕਰ ਸਕਦਾ ਕਰੂੰਗਾ। ਤੇ ਫਿਰ ਮੇਰੇ ਆਪਣੇ ਮਨ ਦੇ ਵਿੱਚ ਆਇਆ ਕਿ ਮੈਨੂੰ ਰੱਬ ਨੇ ਕਿਸੇ ਖਾਸ ਵਜ੍ਹਾ ਕਰਕੇ ਮੇਰੇ ਘਰ ਲੜਕੀ ਨਹੀਂ ਮੈਨੂੰ ਦਿੱਤੀ। ਮੈਂ 3 ਲੜਕਿਆਂ ਦਾ ਹੀ ਬਾਪ ਹੈ ਤੇ ਮੈਨੂੰ ਇਹ ਮੈਂ ਮਿਸ ਕਰਦਾ ਸੀ ਕਿ ਇੱਕ ਲੜਕੀ ਦਾ ਜਿਹੜਾ ਫਾਦਰ ਹੋਣ ਦਾ ਜਿਹੜਾ ਐਕਸਪੀਰੀਅੰਸ ਹੈ ਵੀ ਉਹ ਹੀ ਮੇਰੀ ਜ਼ਿੰਦਗੀ ਵਿੱਚ ਇੱਕ ਕਮਜ਼ੋਰੀ ਹੈ, ਇਹੋ ਹੀ ਕਮੀ ਹੈ। ਫਿਰ ਮੈਂ ਉਸ ਲੜਕੀ ਨੂੰ ਉਹ 9ਵੀਂ 'ਚ ਪੜ੍ਹਦੀ ਸੀ, ਮੈਂ ਉਹਨੂੰ ਅਡੋਪਟ ਕਰ ਲਿਆ ਸੀ ਤੇ ਫਿਰ ਉਹਦੀ ਜਿਹੜੀ ਸਾਰੀ ਪੜ੍ਹਾਈ ਦਾ ਖਰਚਾ ਹੈ, ਉਹਦਾ ਹੋਰ ਹਰ ਚੀਜ਼ ਉਹਦੀ ਜਿਹੜੀ ਲਾਈਫ ਦੀ ਜੋ ਵੀ ਨੀਡਸ ਹੈਗੀਆਂ ਉਹਨਾਂ ਸਾਰੀਆਂ ਦਾ ਮੈਂ ਆਪਣੇ ਕੋਲੋਂ ਦਿੰਦਾ ਰਿਹਾ। ਉਹਦੇ ਵਿੱਚ ਧੀਆਂ ਪੁਕਾਰਦੀਆਂ ਦਾ ਕੋਈ ਫੰਡ ਅਸੀਂ ਉਸ ਲੜਕੀ ਤੇ ਨਹੀਂ ਖਰਚ ਕੀਤਾ। ਸ਼ੀ ਵਾਜ਼ ਲਾਈਕ ਮਾਈ ਡਾਟਰ। ਤੇ ਉਹਨੇ ਫਿਰ ਪੰਜਾਬੀ ਯੂਨੀਵਰਸਿਟੀ ਤੋਂ ਪਹਿਲਾਂ ਉਹਨੇ ਅੰਡਰ ਗ੍ਰੈਜੂਏਟ ਡਿਗਰੀ ਕੀਤੀ ਕੰਪਿਊਟਰ ਸਾਇੰਸ ਦੀ ਤੇ
ਹੁਣ ਉਹ ਇੱਥੇ ਮਾਸਟਰਸ ਕਰ ਰਹੀ ਹੈ। ਇੱਥੇ ਸਾਡੇ ਕੋਲ 3 ਅਗਸਤ ਨੂੰ ਆ ਗਈ ਸੀ, ਤੇ ਹੁਣ ਜਿਹੜੀ ਨਾਰਥ ਈਸਟਰਨ ਯੂਨੀਵਰਸਿਟੀ, ਨਾਰਥ ਈਸਟਰਨ ਇਲੀਨੋਇਸ ਯੂਨੀਵਰਸਿਟੀ ਸ਼ਿਕਾਗੋ 'ਚ ਹੈਗੀ ਹੈ, ਉੱਥੇ ਹੁਣ ਉਹ ਮਾਸਟਰਸ ਕਰ ਰਹੀ ਹੈ ਕੰਪਿਊਟਰ ਸਾਇੰਸ ਦੀ। ਤੇ ਉਹ ਵੀਕਐਂਡ 'ਤੇ ਸਾਡੇ ਕੋਲ ਆ ਜਾਂਦੀ ਹੈ। ਉੱਦਾਂ ਵੈਸੇ ਉੱਥੇ ਹੁਣ ਉਹ ਅਪਾਰਟਮੈਂਟ ਲੈ ਕੇ ਕੁਛ ਕੁੜੀਆਂ ਨੇ ਹੋਰ ਨਾਲ ਤੇ ਆਪਣੀ ਪੜ੍ਹਾਈ ਪੂਰੀ ਕਰ ਰਹੀ ਹੈ। ਤੇ ਸ਼ੀ ਵਿਲ ਹੁਣ ਧੀਆਂ ਪੁਕਾਰਦੀਆਂ ਦਾ ਜਿਹੜਾ ਕੰਮ ਹੈ ਸਾਰਾ, ਉਹਦੇ ਨਾਲੋਂ ਜ਼ਿਆਦਾ ਕੋਈ ਨਹੀਂ ਜਾਣਦਾ ਕਿ ਸ਼ੀ ਇਜ਼ ਦਾ ਬੈਨੀਫਿਸ਼ਰੀ। ਤੇ ਉਹਨੇ ਇਹ ਸਾਰਾ ਕੁਝ ਦੇਖਿਆ, ਉਹਦੇ ਹੱਡਾਂ ਵਿੱਚੋਂ ਨਿਕਲਿਆ, ਤੇ ਉਹ ਹੁਣ ਮੇਰੀ ਬਹੁਤ ਹੈਲਪ ਕਰਦੀ ਹੈ। ਤੇ ਇਸੇ ਕਰਕੇ ਸਾਨੂੰ ਅਜੇ ਤੱਕ ਕਿਸੇ EMPLOYEE ਦੀ ਲੋੜ ਨਹੀਂ ਪਈ, ਹਾਲਾਂਕਿ ਸਾਡੇ ਕੋਲ ਕੰਮ ਕਾਫੀ ਹੈ। ਤੁਸੀਂ ਹੈਰਾਨ ਹੋ ਗਏ ਕਿ ਪਿਛਲੇ 10 ਸਾਲਾਂ 'ਚ ਮੈਂ ਜਿਹੜਾ ਇੰਡੀਆ ਜਾਂਦਾ ਰਿਹਾ ਧੀਆਂ ਪੁਕਾਰਦੀਆਂ ਦਾ ਕੰਮ ਕਰਨ ਲਈ, ਉਹੀ ਮੇਰੀ ਵਕੇਸ਼ਨ ਹੁੰਦੀ ਸੀ। ਮੈਂ ਕਦੀ ਕਿਤੇ ਗਿਆ ਨਹੀਂ ਆ, ਮੈਂ ਸੰਡੇ ਵੀ ਆਫ ਨਹੀਂ ਲੈਂਦਾ, ਆਈ ਵਰਕ ਐਵਰੀ ਡੇ। ਤੇ 11-12 ਵਜੇ ਮੈਂ ਦਰਸ਼ਕਾਂ ਨੂੰ ਇੱਕ ਵਾਰ ਕਲੀਅਰ ਕਰਦਾ ਕਿ ਕੁਲਦੀਪ ਸਿੰਘ ਸਰਾ ਜਿਹੜੇ ਕਿ ਧੀਆਂ ਪੁਕਾਰ ਦੀਆਂ ਆਰਗੇਨਾਈਜੇਸ਼ਨ ਚਲਾ ਰਹੇ ਹੈ, ਉਹਨਾਂ ਨੇ ਇੱਕ ਬੱਚੀ ਨੂੰ ਆਪ ਗੋਦ ਲਿਆ, ਕਿਉਂਕਿ ਇਹਨਾਂ ਦੇ ਘਰ ਬੇਟੀ ਨਹੀਂ ਸੀ, 3 ਬੇਟੇ ਹੀ ਸੀ। ਤੇ ਉਹ ਜਿਹੜੀ ਕੁੜੀ ਹੈ ਉਹ ਯੂਨੀਵਰਸਿਟੀ ਆਫ ਸ਼ਿਕਾਗੋ ਇਲੀਨੋਏ ਤੋਂ ਹੁਣ ਗ੍ਰੈਜੂਏਸ਼ਨ ਛੇਤੀ ਕਰਨ ਵਾਲੀ ਹੈ। ਤੇ ਉਸ ਤੋਂ ਬਾਅਦ ਧੀਆਂ ਪੁਕਾਰਦੀਆਂ ਦੀ ਜਿਹੜੀ ਦੇਖ ਰੇਖ ਹੈ, ਪੇਪਰ ਵਰਕ ਹੈ ਜਾਂ ਹੋਰ ਵੀ ਕੋਈ ਕੰਮ ਹੈ, ਉਹਦੇ ਹੱਥ ਚਲਾ ਜਾਊਗਾ। ਔਰ ਦਰਸ਼ਕੋ, ਮੈਂ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਬਹੁਤ ਛੇਤੀ ਕਰੂੰਗਾ, ਤਾਂ ਕਿ ਨਵੀਆਂ ਚੀਜ਼ਾਂ, ਨਵੇਂ ਹੋਰ ਉਪਰਾਲੇ ਜਿਹੜੇ ਨਵੀਂ ਸੋਚ ਦੇ ਨਾਲ ਸ਼ੁਰੂ ਹੋਊਗੀਆਂ, ਉਹ ਤੁਹਾਡੇ ਰੂਬਰੂ ਕਰ ਸਕੀਏ ਅਸੀਂ। ਬਹੁਤ ਵੱਡਾ ਉਪਰਾਲਾ ਜੀ, ਤੁਸੀਂ ਕਿਸੇ ਬੱਚੀ ਦੀ ਜ਼ਿੰਦਗੀ ਬਣਾਈ, ਤੇ ਨਾਲ ਇਸ ਦਾ ਬਹੁਤ ਵਧੀਆ ਜਿਹੜਾ ਇਨਸਾਨੀਅਤ ਵਾਸਤੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕੁਲਦੀਪ ਸਿੰਘ ਜੀ, ਉਹਦਾ ਹਿੱਸਾ ਵੀ ਤੁਸੀਂ ਪਵਾ ਰਹੇ ਹੋ। ਵਧਾਈ ਦੇ ਪਾਤਰ ਹੋ। ਮੇਰਾ ਕੋਸ਼ਿਸ਼ ਇਹ ਰਹੀ ਸੀਗੀ ਕਿ ਟਿੱਪਣੀਆਂ ਆਈਆਂ ਸੀਗੀਆਂ ਕਿ ਇਸ ਚੀਜ਼ ਦੀ ਸ਼ੁਰੂਆਤ ਕਿੱਥੋਂ ਹੋਈ, ਥੋੜ੍ਹਾ ਜਿਹਾ ਚਾਨਣਾ ਪਾਉਂਗੇ ਜੀ? ਉਹ ਬੜੀ ਪੇਨਫੁਲ ਸਟੋਰੀ ਹੈ। ਮੈਂ ਅਜੇ ਵੀ ਜਦੋਂ ਕਦੀ ਦੱਸਦਾ ਤੇ ਇਹ ਮੇਰਾ ਗੱਚ ਭਰ ਹੁੰਦਾ, ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਆਪਣੇ ਆਪ ਤੇ ਕੰਟਰੋਲ ਕਰ ਸਕਾਂ। ਡਾਕਟਰ ਹਰਸ਼ਿੰਦਰ ਕੌਰ ਪਟਿਆਲੇ ਜਿਹੜਾ ਹੈਗਾ ਗਵਰਨਮੈਂਟ ਹਸਪੀਟਲ ਹੈ, ਰਜਿੰਦਰਾ ਹਸਪੀਟਲ, ਉੱਥੇ ਪੀਡੀਆਟ੍ਰੀਸ਼ੀਅਨ ਹੈਗੇ ਨੇ, ਤੇ ਉਹਨਾਂ ਨੇ ਵੀ ਕਾਫੀ ਧੀਆਂ ਨੂੰ ਬਚਾਉਣ ਲਈ, ਭਰੂਣ ਹੱਤਿਆ ਰੋਕਣ ਲਈ ਕਾਫੀ ਕੰਮ ਕੀਤਾ, ਹੁਣ ਵੀ ਕਰ ਰਹੇ ਨੇ। ਉਹ ਇੱਥੇ USA ਵਿਜ਼ਿਟ ਕਰ ਰਹੇ ਸੀ, ਤੇ ਉਹਨਾਂ ਨੇ TV ਤੇ ਉੱਤੇ, ਜਿਸ ਤਰ੍ਹਾਂ ਤੁਸੀਂ ਮੇਰੀ ਇੰਟਰਵਿਊ ਕਰ ਰਹੇ, ਇੱਦਾਂ ਉਹਨਾਂ ਨੇ ਇੰਟਰਵਿਊ ਵਿੱਚ ਇਹ ਸਟੋਰੀ ਉਹਨਾਂ ਨੇ ਦੱਸੀ। ਉਹਨਾਂ ਨੇ ਆਪਣੀ ਅੱਖੀਂ ਦੇਖੀ ਕਿ ਉਹ ਕਿਸੇ ਪਿੰਡ ਦੇ ਵਿੱਚ ਆਪਣੀ ਕਾਰ ਤੇ ਜਾ ਰਹੇ ਸੀ, ਤੇ ਸਾਰੇ ਪਿੰਡਾਂ ਦੇ ਬਾਹਰ ਹੱਡੋ ਰੋੜ ਹੁੰਦਾ, ਜਿੱਥੇ ਲੋਕੀ ਉਹ ਮਰੇ ਡੰਗਰ ਸੁੱਟ ਜਾਂਦੇ ਨੇ। ਤੇ ਉਹਨੇ ਦੇਖਿਆ ਕੋਈ ਕੁੱਤਾ ਇੱਕ ਮੀਟ ਦੇ ਹਿੱਸੇ ਨੂੰ, ਪੀਸ ਨੂੰ ਨੋਚ ਕਰ ਰਿਹਾ ਸੀ, ਖਾ ਰਿਹਾ ਸੀ। ਤੇ ਉਹਦੇ ਨਾਲ ਉਹਨੂੰ ਇੱਦਾਂ ਲੱਗਿਆ ਕਿ ਉਹ ਇੱਕ ਹਿਊਮਨ ਬੇਬੀ ਸੀ, ਉਹਦੀਆਂ ਲੱਤਾਂ ਬਾਹਾਂ ਵੀ ਸੀ। ਤੇ ਉਹਨਾਂ ਨੇ ਉਸ ਵੇਲੇ ਕਾਰ ਖੜੀ ਕੀਤੀ, ਤੇ ਉਹ ਇੱਕ ਜਿਉਂਦੀ ਬੱਚੀ ਸੀ, ਕੋਈ ਸੁੱਟ ਗਿਆ ਉੱਥੇ ਵਾਧੂ ਸਮਝ ਕੇ। ਤੇ ਉਹ ਅਜੇ ਉਹਦਾ ਆਖਰੀ ਸਾਹ ਉਸ ਬੱਚੀ ਨੇ, ਉਹ ਡਾਕਟਰ ਦੇ ਸਾਹਮਣੇ ਹੀ, ਉਹਦੇ ਸਾਹਮਣੇ ਆਖਰੀ ਸਾਹ ਉਹਨੇ ਲਿਆ, ਆਪਣੇ ਪ੍ਰਾਣ ਤਿਆਗ ਕੇ। ਹੁਣ ਉਸ ਡਾਕਟਰ ਨੇ ਇਹ ਸਟੋਰੀ ਤਾਂ ਬਹੁਤ ਵਾਰੀ ਦੱਸੀ ਹੋਣੀ ਆ, ਸ਼ੀ ਵਾਜ਼ ਯੂਜ਼ਡ ਟੂ ਇਟ, ਲੇਕਿਨ ਮੈਨੂੰ ਤੇ ਉਹ ਇਦਾਂ ਸੀ ਜਿੱਦਾਂ ਕਿਸੇ ਨੇ ਨਾ, ਸਮਝ ਲਓ ਕਿ ਗੋਲੀ ਮਾਰ ਦਿੱਤੀ ਹੁੰਦੀ ਹੈ। I cried again, I still cry whenever I tell that story। ਤੇ ਬਸ ਉੱਥੋਂ ਫਿਰ ਮੈਨੂੰ ਇਹ ਫੈਸਲਾ ਕਰਨਾ ਮੇਰੇ ਲਈ ਸੌਖਾ ਹੋ ਗਿਆ ਕਿ ਮੈਂ ਬਾਕੀ ਦੀ ਜ਼ਿੰਦਗੀ 'ਚ ਮੈਂ ਕੀ ਕਰਨਾ ਹੈ। 2010 ਵਿੱਚ ਮੈਂ ਫਰਮੀ ਨੈਸ਼ਨਲ ਐਕਸਲਰੇਟਰ ਲੈਬ ਤੋਂ ਰਿਟਾਇਰ ਹੋਇਆ ਸੀ, ਮਕੈਨੀਕਲ ਇੰਜੀਨੀਅਰ। ਤੇ ਉਸ ਤੋਂ ਬਾਅਦ ਮੈਂ ਫਿਰ ਇਹ 2011 ਦੇ ਵਿੱਚ ਹੀ ਮੈਂ ਇੰਡੀਆ ਚਲਾ ਗਿਆ ਤੇ ਧੀਆਂ ਪੁਕਾਰਦੀਆਂ ਦੀ ਸੰਸਥਾ ਸ਼ੁਰੂ ਕਰ ਦਿੱਤੀ। ਤੇ ਇਹੋ ਹੀ ਮੇਰਾ ਹੁਣ ਇਸ ਵੇਲੇ ਜ਼ਿੰਦਗੀ ਦਾ ਮਿਸ਼ਨ ਹੈ। ਤੇ ਬਾਕੀ ਰਹਿੰਦੀ ਜ਼ਿੰਦਗੀ ਮੈਂ ਇਹੋ ਕੁਛ ਹੀ ਕਰਨਾ ਹੈ। ਤੇ ਉਹ ਹੁਣ ਮਨਦੀਪ ਕੌਰ ਮੇਰੀ ਧੀ ਹੈ, ਉਹਨੇ ਮੈਨੂੰ ਜੁਆਇਨ ਕਰ ਲਿਆ, ਤੇ ਮੇਰੇ ਜਾਣ ਤੱਕ ਉਹਨੇ ਇਸ ਕਾਬਲ ਹੋ ਜਾਣਾ ਕਿ ਸ਼ੀ ਵਿਲ ਕੰਟੀਨਿਊ। ਸੋ ਇਹ ਸੰਸਥਾ ਜਿਹੜੀ ਆ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਇੱਦਾਂ ਹੀ ਚੱਲਦੀ ਰਹੇ। ਹੁਣ ਤੱਕ ਅਸੀਂ 606 ਕੁੜੀਆਂ ਨੂੰ ਪੜ੍ਹਾ ਚੁੱਕੇ ਹਾਂ, ਜਿਹੜੀਆਂ ਕਿ ਆਪਣੀ ਪੜ੍ਹਾਈ ਪੂਰੀ ਕਰ ਚੁੱਕੀਆਂ ਨੇ। ਤੇ ਜਿਸ ਤਰ੍ਹਾਂ ਸਾਡੀ ਹੁਣ ਹੈ ਕਿ ਅਸੀਂ 300 ਕੁੜੀਆਂ ਹਰ ਸਾਲ ਜੇ ਕਰਦੇ ਹਾਂ, ਤੇ ਅਸੀਂ ਕਾਫੀ ਵੱਡੀ ਗਿਣਤੀ ਵਿੱਚ ਅਸੀਂ ਇਹਨਾਂ ਲੜਕੀਆਂ ਦੀ ਤੇ ਪਰਿਵਾਰਾਂ ਦੀ ਹੈਲਪ ਕਰ ਸਕਾਂਗੇ। ਬਹੁਤ ਖੂਬ, ਬਹੁਤ ਖੂਬ। ਕੁਲਦੀਪ ਸਿੰਘ ਜੀ, ਤੁਸੀਂ ਬੜੀ
ਕਰੁਣਾਮਈ ਜਿਹੜੀ ਆ ਗੱਲ ਦੱਸੀ ਵੀ ਕਿੱਥੋਂ ਤੁਹਾਡੇ ਦਿਮਾਗ ਦੇ ਵਿੱਚ ਆਈ। ਅਗੇਨ ਕਿਸੇ ਦੇ ਕੋਲ ਇੰਨੇ ਵਕਤ ਨਹੀਂ ਹੁੰਦਾ, ਜੇ ਵਕਤ ਹੁੰਦਾ ਤਾਂ ਪੈਸਾ ਨਹੀਂ ਹੁੰਦਾ ਆ ਸਭ ਕੁਝ ਕਰਨ ਦੇ, ਅਤੇ ਤੁਸੀਂ ਰਿਟਾਇਰ ਹੋ ਕੇ ਆ ਚੀਜ਼ਾਂ ਚਾਲੂ ਕੀਤੀਆਂ, ਬਹੁਤ ਚੰਗੀ ਗੱਲ ਹੈ। ਹੁਣ ਮੈਨੂੰ ਇਹ ਦੱਸੋ ਕਿ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਆਹ ਜਿਹੜੇ ਸਕੂਲ ਕਾਲਜ ਹੈ ਜਿੱਥੇ ਅਪਰੋਚ ਕਰ ਰਹੇ ਹੋ, ਅਤੇ ਜੇ ਕੋਈ ਕਿਸੇ ਨੇ ਹੋਰ ਦੇਸ਼ ਦੇ ਕਿਸੇ ਹੋਰ ਖੂੰਜੇ ਤੋਂ ਵੀ ਜੁੜਨਾ ਹੋਵੇ ਤਾਂ ਉਹਦੇ ਲਈ ਕੀ ਪ੍ਰੋਸੈਸ ਹੈ? ਹਾਂਜੀ, ਇਸ ਵੇਲੇ ਕਿਉਂਕਿ ਮੇਰਾ ਆਪਣਾ ਜ਼ਿਲ੍ਹਾ ਗੁਰਦਾਸਪੁਰ ਹੈ, ਮੈਂ ਬਟਾਲੇ ਦੇ ਕੋਲ ਮੇਰਾ ਪਿੰਡ ਹੈ, ਉੱਥੇ ਪੈਦਾ ਹੋਇਆ ਸੀ, ਇਸ ਕਰਕੇ ਮੈਂ ਉੱਥੋਂ ਸ਼ੁਰੂ ਕੀਤਾ ਸੀ ਕਿ ਉੱਥੇ ਲੋਕ ਮੈਨੂੰ ਜਾਣਦੇ ਸੀ, ਮੇਰਾ ਜਾਣਿਆ ਪਛਾਣਿਆ ਇਲਾਕਾ ਸੀ, ਅਤੇ ਮੈਨੂੰ ਰਹਿਣ ਨੂੰ ਵੀ ਥਾਂ ਮਿਲ ਜਾਂਦੀ ਸੀ। ਅਤੇ ਉਸ ਤੋਂ ਬਾਅਦ ਫਿਰ ਅਸੀਂ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਸਾਡੇ ਕੋਲ ਕਾਲਜ ਹੈਗੇ ਨੇ, ਚੰਡੀਗੜ੍ਹ ਤੋਂ ਕਾਲਜ ਹੈ, ਅਤੇ ਬਠਿੰਡੇ ਤੋਂ ਅਸੀਂ ਕਾਲਜ ਐਡ ਕੀਤਾ, ਤਰਨਤਾਰਨ ਹੈ, ਸਾਡੇ ਕੋਲ 25 ਕਾਲਜ ਨੇ, ਧਾਰੀਵਾਲ ਤੋਂ ਹੈ, ਗਵਰਨਮੈਂਟ ਕਾਲਜ ਗੁਰਦਾਸਪੁਰ ਤੋਂ ਹੈ, ਅਤੇ ਸਿੱਖ ਨੈਸ਼ਨਲ ਕਾਲਜ ਬੰਗਿਆਂ ਵਾਲਾ ਹੈ, ਅਸੀਂ ਐਡ ਕਰ ਰਹੇ ਹਾਂ। ਜਿਹੜਾ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਾਲਾ ਉਹ ਸਾਡੇ ਨਾਲ ਜੁੜਿਆ ਕਾਫੀ ਚਿਰ ਤੋਂ। ਅਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਵਿੱਚ ਸਾਰੇ ਹੀ ਤਿੰਨਾਂ ਹੀ ਇਲਾਕਿਆਂ ਵਿੱਚ ਮਾਝਾ, ਮਾਲਵਾ ਅਤੇ ਦੁਆਬਾ ਸਾਡੀ ਇਕੁਅਲ ਪ੍ਰੈਜੈਂਟੇਸ਼ਨ ਹੋਵੇ, ਅਤੇ ਅਸੀਂ ਇਸ ਕਰਕੇ ਹੁਣ 4 ਹੋਰ ਕਾਲਜ ਐਡ ਕਰ ਰਹੇ ਹਾਂ ਮਾਲਵੇ ਦੇ ਵਿੱਚੋਂ, ਕਿ ਮਾਲਵੇ ਦੇ ਵਿੱਚ ਸਾਡੇ ਘੱਟ ਉੱਥੇ ਸੀ ਸਾਡੀ ਪਹਿਲਾਂ ਦੇਣ। ਅਤੇ ਹਾਂਜੀ, ਤਾਂ ਇਹ ਸਾਡਾ ਹੈਗਾ। ਬਾਕੀ ਹਾਂ, ਸਾਨੂੰ ਇੰਡੀਵਿਜੂਅਲੀ ਵੀ ਕਈ ਵਾਰੀ ਇਸ ਤਰ੍ਹਾਂ ਸਿਫਾਰਿਸ਼ ਆ ਜਾਂਦੀ ਹੈ, ਕੋਈ ਸੱਜਣ ਜਾਂਦੇ ਨੇ ਇੰਡੀਆ, ਦੇਖਦੇ ਨੇ ਕਿ ਉਹਨਾਂ ਦੇ ਆਂਢ ਗੁਆਂਢ ਕੋਈ ਕੁੜੀ ਆ, ਪੜ੍ਹਨ ਨੂੰ ਬੜੀ ਚੰਗੀ ਹੈ, ਗਰੀਬ ਹੈ, ਅਤੇ ਉਹ ਮੈਨੂੰ ਕਹਿ ਦਿੰਦੇ ਨੇ, ਅਤੇ ਅਸੀਂ ਉਸ ਆਦਮੀ ਨੂੰ ਫਿਰ ਅਸੀਂ ਜ਼ਿੰਮੇਵਾਰੀ ਦਿੰਦੇ ਹਾਂ ਕਿ ਅਸੀਂ ਉਹਦੇ ਪੈਸੇ ਭੇਜਣੇ ਸ਼ੁਰੂ ਕਰ ਦਿਆਂਗੇ, ਲੇਕਿਨ ਤੇਰੀ ਜ਼ਿੰਮੇਵਾਰੀ ਹੋਊਗੀ ਕਿ ਉਸ ਤੋਂ ਬਾਅਦ ਉਹਦੀ ਜਿਹੜੀ ਸੁਪਰਵਿਜ਼ਨ ਉਹ ਸਾਰੀ, ਕਿ ਕੁੜੀ ਠੀਕ ਪੜ੍ਹਦੀ ਹੈ, ਕਿੰਨਾ ਚਿਰ ਪੜ੍ਹਦੀ ਹੈ, ਕਦੋਂ ਹਟੀ, ਇਹ ਜ਼ਿੰਮੇਵਾਰੀ ਤੇਰੀ ਹੋਊਗੀ। ਅਤੇ ਇੱਦਾਂ ਵੀ ਅਸੀਂ ਇੰਡੀਵਿਜੂਅਲ ਵੀ ਅਸੀਂ ਕੁਛ ਕੇਸ ਲਏ ਹੋਏ ਨੇ। ਬਾਕੀ ਜ਼ਿਆਦਾ ਐਜ਼ ਏ ਗਰੁੱਪ ਅਸੀਂ ਕਾਲਜਾਂ ਦੇ ਥਰੂ ਲੈਂਦੇ ਹਾਂ। ਉਹਦੇ ਵਿੱਚ ਸਾਡਾ, ਕਿਉਂਕਿ ਫਿਰ ਬਾਅਦ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਜਿਹੜੀ ਸੁਪਰਵਿਜ਼ਨ ਹੈ, ਉਹ ਦੇਖ ਰੇਖ ਹੈ, ਉਹ ਵੀ ਫਿਰ ਉਹ ਕਾਲਜ ਵਾਲਿਆਂ ਦੇ ਹਿੱਸੇ ਆ ਜਾਂਦੀ ਹੈ, ਅਤੇ ਸਾਨੂੰ ਥੋੜ੍ਹੀ ਹੈਲਪ ਹੋ ਜਾਂਦੀ ਹੈ। ਵੈਰੀ ਗੁੱਡ। ਆਪਾਂ ਇਸ ਜਿਹੜਾ ਪ੍ਰੋਸੈਸ ਹੈ ਜਿਹੜਾ ਤੁਸੀਂ ਸੈੱਟ ਕੀਤਾ ਹੈ ਕਾਫੀ ਵਧੀਆ ਹੈ, ਪਰ ਇਹਦੇ ਬਾਰੇ ਆਪਾਂ ਹੋਰ ਖੁੱਲ੍ਹ ਕੇ ਗੱਲ ਕਰਾਂਗੇ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਸਕੇ ਕਿ ਬਿਲਕੁਲ ਸਹੀ ਤਰੀਕੇ ਨਾਲ ਪੈਸਾ ਜਿਹੜਾ ਉਹਨਾਂ ਦਾ ਡੋਨੇਟ ਕੀਤਾ ਸਹੀ ਜਗ੍ਹਾ ਲੱਗ ਰਿਹਾ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਨੇ ਮਾਣਯੋਗ ਕੁਲਦੀਪ ਸਿੰਘ ਸਰਾਂ, ਜਿਹੜੇ ਕਿ ਧੀਆਂ ਪੁਕਾਰਦੀਆਂ ਆਰਗੇਨਾਈਜੇਸ਼ਨਸ ਦੇ ਸੰਸਥਾਪਕ ਨੇ, ਬਹੁਤ ਸੋਹਣਾ ਐਲੈਬੋਰੇਸ਼ਨ ਦੇ ਰਹੇ ਨੇ ਆਪਦੀ ਆਰਗੇਨਾਈਜੇਸ਼ਨ ਬਾਰੇ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਇੱਦਾਂ ਬਣੇ ਰਹੋ ਜਸ ਪੰਜਾਬੀ ਦੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਮੈਂ ਤੁਹਾਡਾ ਗੁਰਲਾਲ ਹਾਜ਼ਰ। ਸਪੈਸ਼ਲ ਪ੍ਰੋਗਰਾਮ ਧੀਆਂ ਪੁਕਾਰਦੀਆਂ ਸੰਸਥਾ ਦੇ ਜਿਹੜੇ ਬਾਨੀ ਨੇ ਸਰਦਾਰ ਕੁਲਦੀਪ ਸਿੰਘ ਸਰਾਂ ਆਪਣੇ ਨਾਲ ਬਣੇ ਹੋਏ ਨੇ। ਕੁਲਦੀਪ ਸਿੰਘ ਜੀ, ਸਵਾਗਤ। ਆਫਟਰ ਬ੍ਰੇਕ ਲਾਸਟ ਸੈਗਮੈਂਟ ਦੇ ਵਿੱਚ ਮੈਂ ਤੁਹਾਨੂੰ ਇਸ ਸੰਸਥਾ ਦਾ ਜਿਹੜਾ ਪ੍ਰੋਸੈਸ ਤੁਸੀਂ ਦੱਸਿਆ ਵੀ ਸੀਗਾ ਉਸ ਬਾਰੇ ਗੱਲ ਕਰਦੇ ਹਾਂ ਕਿ ਅੱਜ ਤੱਕ ਤੁਸੀਂ ਕਿਹਾ ਕਿ ਤੁਸੀਂ ਸਕੂਲ ਕਾਲਜਾਂ ਦੇ ਜਿਹੜੇ ਉੱਥੋਂ ਦੇ ਅਧਿਆਪਕ ਹੁੰਦੇ, ਜਾਂ ਇੱਕ ਕੁੜੀ ਸਟੂਡੈਂਟ ਅਧਿਆਪਕ ਅਤੇ ਇੱਕ ਪ੍ਰਿੰਸੀਪਲ ਜਾਂ ਸਟਾਫ ਮੈਂਬਰ, ਉਹ 3 ਜਣਿਆਂ ਦੀ ਕਮੇਟੀ ਹੁੰਦੀ, ਪਰ 10-11 ਸਾਲਾਂ ਦਾ ਸਫ਼ਰ ਹੈ ਆਰਗੇਨਾਈਜੇਸ਼ਨ ਦਾ। ਅੱਜ ਤੱਕ ਕੋਈ ਕਿਸੇ ਵੀ ਤਰ੍ਹਾਂ ਦੀ ਕੰਪਲੇਨ ਆਈ ਬੱਚੀ ਵੱਲੋਂ ਕਿ ਉਹ ਚੀਜ਼ਾਂ ਨਹੀਂ ਮਿਲ ਰਹੀਆਂ ਜਿਹੜੀਆਂ ਤੁਸੀਂ ਪ੍ਰੋਮਿਸ ਕੀਤੀਆਂ ਸੀ, ਜਾਂ ਅਧਿਆਪਕਾਂ ਵੱਲੋਂ ਕੋਈ ਕਿਤੇ ਕਿਸ ਤਰ੍ਹਾਂ ਦੀ ਕੋਈ ਕੰਪਲੇਨ ਆਈ ਹੋਵੇ ਕਿ ਬੱਚੀ ਪੜ੍ਹ ਨਹੀਂ ਰਹੀ, ਇੱਦਾਂ ਦਾ ਕੋਈ ਕੇਸ ਆਇਆ ਇਸ 10-11 ਸਾਲਾਂ ਦੇ ਸਫ਼ਰ ਦੇ ਵਿੱਚ? ਹਾਂਜੀ, ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਕਈ ਵਾਰੀ ਬਹੁਤ ਵਾਰੀ ਤੇ ਵਿਆਹ ਹੀ ਰਸਤੇ ਵਿੱਚ ਵੱਡੀ ਰੁਕਾਵਟ ਬਣਦਾ। ਕੁੜੀਆਂ ਦੇ ਪੇਰੈਂਟਸ ਕਈ ਵਾਰੀ ਦੇਖਦੇ ਨੇ ਕਿ ਇਹ ਰਿਸ਼ਤਾ ਪਤਾ ਨਹੀਂ ਇੱਦਾਂ ਦਾ ਸਾਨੂੰ ਮੁੜ ਕੇ ਮਿਲਣਾ ਕਿ ਨਹੀਂ ਮਿਲਣਾ, ਅਤੇ ਕੁੜੀ ਨੂੰ ਕਹਿੰਦੇ ਨੇ ਵੀ ਤੂੰ ਕੀ ਕਰਨਾ ਹੋਰ ਪੜ੍ਹ ਕੇ, ਵੀ ਇਹ ਮੁੰਡਾ ਬੜਾ ਚੰਗਾ ਹੈ, ਅਤੇ ਵਿਆਹ ਕਰ ਦਿੰਦੇ ਨੇ। ਉਹ ਫਿਰ ਅਸੀਂ ਕਿਸੇ ਦੇ ਇਸ ਕਰਕੇ ਨਹੀਂ ਪੈਸੇ ਬੰਦ ਕਰਦੇ ਕਿ ਉਹਦਾ ਵਿਆਹ ਹੋ ਗਿਆ, ਪਰ ਹੁੰਦਾ ਇਹ ਹੈ ਕਿ ਬਹੁਤ ਸਾਰੀ ਕੁੜੀਆਂ ਪੜ੍ਹਾਈ ਵੀ ਛੱਡ ਜਾਂਦੀਆਂ ਨੇ ਵਿਆਹ ਦੇ ਬਾਅਦ। ਉਹ ਸਮਝਦੀਆਂ ਨੇ ਕਿ ਮਤਲਬ ਸਾਨੂੰ ਹੁਣ ਲੋੜ ਹੀ ਨਹੀਂ ਆ ਪੜ੍ਹਾਈ ਦੀ। ਬਹੁਤ ਵਾਰੀ ਜਿਹੜਾ ਪੜ੍ਹਾਈ ਦਾ ਜਿਹੜਾ ਏਮ ਵੀ ਹੁੰਦਾ, ਇਹ ਨਹੀਂ ਹੁੰਦਾ ਕਿ ਕੋਈ ਕੈਰੀਅਰ ਬਣਾਉਣਾ, ਏਮ ਹੁੰਦਾ ਕਿ ਚੰਗੇ ਘਰ 'ਚ ਵਿਆਹ ਹੋ ਜਾਊਗਾ, ਅਸੀਂ BA ਕੀਤੀ ਹੋਊਗੀ ਅਤੇ ਸਾਨੂੰ ਚੰਗਾ ਪੜ੍ਹਿਆ ਲਿਖਿਆ ਮੁੰਡਾ ਮਿਲ ਜਾਊਗਾ। ਅਤੇ ਜਿਨ੍ਹਾਂ ਦਾ ਇਹੀ ਏਮ ਹੁੰਦਾ, ਉਹ ਫਿਰ ਜਦੋਂ ਵਿਆਹ ਹੋ ਜਾਂਦਾ ਉਹ ਕੋਈ ਪੜ੍ਹਾਈ ਦੀ ਲੋੜ ਨਹੀਂ ਜ਼ਰੂਰੀ ਸਮਝਦੀਆਂ। ਬਾਕੀ ਜਿਹੜੀ ਬਟ ਦੈਟ ਇਜ਼ ਅ ਮਾਈਨੋਰਟੀ। ਆਮ ਲੜਕੀਆਂ ਜਿਹੜੀਆਂ ਇਸ ਵੇਲੇ ਉਹ ਤੇ ਬੜੀ ਹਿੰਮਤ ਵਾਲੀਆਂ ਨੇ,
ਮੁੰਡਿਆਂ ਨਾਲੋਂ ਅੱਛੇ ਨੰਬਰ ਲੈ ਕੇ ਪੜ੍ਹ ਰਹੀਆਂ ਨੇ। ਕਈ ਕੁੜੀਆਂ ਕਮਾ ਕੇ ਈਵਨ ਆਪਣੇ ਛੋਟੇ ਭੈਣ ਭਰਾਵਾਂ ਦੀ ਪੜ੍ਹਾਈ ਦੇ ਵਿੱਚ ਵੀ ਮਦਦ ਕਰਦੀਆਂ ਨੇ, ਪੇਰੈਂਟਸ ਦੀ ਵੀ ਹੈਲਪ ਕਰਦੀਆਂ ਨੇ। ਇਹ ਪੜ੍ਹਾਈ ਜਿਹੜੀ ਹੈ ਇਹ ਕਦੀ ਵੀ ਵੇਸਟ ਨਹੀਂ ਜਾਂਦੀ। ਭਾਵੇਂ ਸਾਨੂੰ ਕਈ ਵਾਰੀ ਸਵਾਲ ਪੁੱਛਿਆ ਜਾਂਦਾ ਕਿ ਨੌਕਰੀਆਂ ਤਾਂ ਕਿਸੇ ਨੂੰ ਮਿਲਦੀਆਂ ਨਹੀਂ ਆ ਤੇ ਫਿਰ ਪੜ੍ਹਾਈ ਕਰਨ ਦਾ ਕੀ ਫਾਇਦਾ। ਮੈਂ ਤਾਂ ਕਹਿੰਦਾ ਕਿ ਸਿਰਫ ਨੌਕਰੀ ਨੂੰ ਮੁੱਖ ਰੱਖ ਕੇ ਹੀ ਪੜ੍ਹਾਈ ਨਹੀਂ ਕਰਨੀ ਜ਼ਰੂਰੀ ਹੁੰਦੀ। ਇੱਕ ਜਿਹੜੀ ਪੜ੍ਹੀ ਲਿਖੀ ਜਿਹੜੀ ਮਾਂ ਆ, ਭਾਵੇਂ ਅਨਐਮਪਲੋਇਡ ਵੀ ਹੈ, ਉਹ ਅਨਪੜ੍ਹ ਮਾਂ ਨਾਲੋਂ 10 ਗੁਣਾ ਜ਼ਿਆਦਾ ਐਫੀਸ਼ੀਐਂਟ ਹੁੰਦੀ ਹੈ, ਇਫੈਕਟਿਵ ਹੁੰਦੀ ਹੈ, ਸਮਾਰਟ ਹੁੰਦੀ ਹੈ। ਉਹ ਗਾਂ ਜਦੋਂ ਆਪਣੇ ਬੱਚੇ ਉਹ ਜਦੋਂ ਆਪ ਮਾਂ ਬਣਦੀ ਹੈ, ਜਦੋਂ ਬੱਚੇ ਪਾਲਦੀ ਹੈ, ਤੇ ਉਹ ਜਿਹੜੀ ਪੜ੍ਹੀ ਲਿਖੀ ਮਾਂ ਆ ਉਹ ਉਹਨਾਂ ਨੂੰ ਕਿਤੇ ਅੱਛੇ ਤਰੀਕੇ ਨਾਲ ਪਾਲਦੀ ਹੈ, ਉਹਨਾਂ ਨੂੰ ਪੜ੍ਹਾਉਂਦੀ ਹੈ, ਘਰ ਦੇ ਕੰਮ ਜਿਹੜਾ ਉਹਨਾਂ ਦਾ ਹੋਮਵਰਕ ਹੁੰਦਾ ਉਹਦੇ ਵਿੱਚ ਹੈਲਪ ਕਰਦੀ ਹੈ, ਤੇ ਉਹਦਾ ਅਸਰ ਜਿਹੜਾ ਚੰਗਾ ਅਸਰ ਹੈਗਾ ਬਹੁਤ ਦੂਰ ਤੱਕ ਜਾਂਦਾ। ਇਸ ਕਰਕੇ ਜੇ ਸਾਰਿਆਂ ਨੂੰ ਜੌਬਸ ਨਹੀਂ ਮਿਲੀਆਂ ਜਾਂ ਗੌਰਮੈਂਟ ਜੌਬਸ ਨਹੀਂ ਮਿਲੀਆਂ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਦੀ ਜਿਹੜੀ ਉਹਨਾਂ ਨੇ ਐਜੂਕੇਸ਼ਨ ਲਈ ਆ ਉਹ ਵੇਸਟ ਜਾਂਦੀ ਹੈ। ਐਜੂਕੇਸ਼ਨ ਕਦੀ ਵੇਸਟ ਨਹੀਂ ਜਾਂਦੀ। ਬਹੁਤ ਖੂਬ, ਬਹੁਤ ਖੂਬ। ਕੁਲਦੀਪ ਸਿੰਘ ਜੀ, ਕਦੇ ਪ੍ਰਾਊਡ ਮੂਮੈਂਟ ਆਇਆ ਤੁਹਾਡੀ ਲਾਈਫ ਦੇ ਵਿੱਚ? 10-11 ਸਾਲਾਂ ਦਾ ਜਿਹੜਾ ਸਫ਼ਰ ਹੈ ਇਸ ਆਰਗੇਨਾਈਜੇਸ਼ਨ ਦਾ, ਤੁਸੀਂ ਹੁਣੀ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਕਿ ਇੱਕ ਬੱਚੀ ਸਾਡੀ ਜਿਹੜੀ ਆ ਤੁਸੀਂ ਪੜ੍ਹਾਇਆ ਤੇ ਉਹ ਮੈਜਿਸਟ੍ਰੇਟ ਬਣ ਗਈ ਆ, ਬਣਨ ਵਾਲੀ ਆ, ਜਾਂ ਇੱਦਾਂ ਹੋਰ ਵੀ ਕਈ ਬੱਚੀਆਂ ਹੋਣਗੀਆਂ ਜਿਹੜੇ ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ ਕਿਤੇ ਹੋਰ ਜਾ ਕੇ ਜਾਂ ਇੰਡੀਆ ਦੇ ਵਿੱਚ ਹੀ ਕਿਤੇ ਹੋਰ ਚੰਗੇ ਰੁਤਬੇ ਨੂੰ ਪਹੁੰਚ ਗਈਆਂ, ਤਾਂ ਉਹਨਾਂ ਨੇ ਆ ਕੇ ਤੁਹਾਨੂੰ ਧੰਨਵਾਦ ਕੀਤਾ ਕਿ ਤੁਸੀਂ ਸਾਡੀ ਜ਼ਿੰਦਗੀ ਜਿਹੜੀ ਆ ਬਣਾ ਦਿੱਤੀ? ਹਾਂਜੀ, ਉਹਨਾਂ ਨੇ ਕੀਤਾ ਹੈ। ਉਹ ਮੈਨੂੰ ਬਹੁਤੀਆਂ ਤੇ ਮੈਨੂੰ ਕਈ ਅੰਕਲ ਕਹਿੰਦੀਆਂ ਨੇ, ਕਈ ਪਾਪਾ ਵੀ ਕਹਿੰਦੀਆਂ ਨੇ, ਤੇ ਉਹ ਮੇਰੇ ਨਾਲ ਇਨ ਟੱਚ ਰਹਿੰਦੀਆਂ ਨੇ। ਮੈਨੂੰ ਉਹਨਾਂ ਨੇ ਲੈਟਰਸ ਵੀ ਲਿਖ ਕੇ ਦਿੱਤੀਆਂ ਹੋਈਆਂ ਨੇ। ਆਪਣੇ ਕੋਲ ਜਿਹੜੀ ਅਸੀਂ ਇੱਕ ਫਾਈਲ ਬਣਾਈ ਉਹਦੇ ਵਿੱਚ ਉਹਨਾਂ ਦੀਆਂ ਲੈਟਰਸ ਰੱਖੀਆਂ ਹੋਈਆਂ ਨੇ ਸੰਭਾਲ ਕੇ, ਕਿ ਉਹਨਾਂ ਨੇ ਜਿਹੜੇ ਟੈਸਟੀਮੋਨੀਅਲ ਹੈਗੇ ਨੇ ਜਿਹੜੇ ਲੜਕੀਆਂ ਵੱਲੋਂ ਆਉਂਦੇ ਨੇ, ਤੇ ਉਹਨਾਂ ਨਾਲ ਵੀ ਸਾਨੂੰ ਬੜਾ ਹੌਸਲਾ ਮਿਲਦਾ। ਫਿਰ ਜਦੋਂ ਉੱਥੇ ਮੈਂ ਕਾਲਜਾਂ ਵਿੱਚ ਜਾਂਦਾ ਹਾਂ, ਉੱਥੇ ਕੁੜੀਆਂ ਆਪ ਕਈ ਵਾਰੀ ਬੜੇ ਵਧੀਆ ਪ੍ਰੋਗਰਾਮ ਤਿਆਰ ਕਰਦੀਆਂ ਨੇ ਜਿਹਦੇ ਵਿੱਚ ਉਹ ਸਾਡੀ ਸੰਸਥਾ ਦੀ ਮੇਰੀ ਐਪਰੀਸ਼ੀਏਸ਼ਨ ਕਰਦੀਆਂ ਨੇ, ਸਟੇਜ 'ਤੇ ਬੋਲਦੀਆਂ ਨੇ। ਕਈਆਂ ਨੇ ਕਵਿਤਾ ਲਿਖ ਕੇ ਲਿਆਂਦੀ ਹੁੰਦੀ ਹੈ, ਕੋਈ ਐਸੇ ਲਿਖ ਕੇ ਲੈ ਕੇ ਆਉਂਦੀ ਹੈ, ਤੇ ਦੈਟਸ ਆਲ ਵੈਰੀ ਐਨਕਰੇਜਿੰਗ। ਤੇ ਦੂਸਰੇ ਨਾਲ ਇਹ ਹੈਗਾ ਕਿ ਉਹਨਾਂ ਦੀ ਜਿਹੜੀ ਸੋਚ ਹੈ ਨਾ, ਜਿਹੜੀ ਕੁਆਲੀਟੇਟਿਵ ਸੋਚ ਹੀ ਵੀ ਹੈ ਉਹਨਾਂ ਕੁੜੀਆਂ ਦੀ, ਉਹਦੇ ਵਿੱਚ ਵੀ ਬੜਾ ਫਰਕ ਆਉਂਦਾ ਹੈਗਾ। ਕਿ ਮੈਂ ਜਦੋਂ ਇੰਡੀਆ ਜਾਂਦਾ, ਮੈਂ ਸਿਰਫ ਉਹਨਾਂ ਦੀਆਂ ਸਕਾਲਰਸ਼ਿਪ ਦੀਆਂ ਐਪਲੀਕੇਸ਼ਨਾਂ ਹੀ ਨਹੀਂ ਲੈਣ ਜਾਂਦਾ, ਮੈਂ ਉਹਨਾਂ ਨੂੰ ਸੈਮੀਨਾਰ ਵੀ ਦੇਣਾ ਹੈਗਾ। 1 ਘੰਟੇ ਦਾ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੇਣਾ ਹਰ ਕਾਲਜ ਦੇ ਵਿੱਚ, ਤੇ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਜੈਂਡਰ ਡਿਸਕ੍ਰਿਮੀਨੇਸ਼ਨ ਹੁੰਦਾ, ਜਿਹੜਾ ਘਰਾਂ ਦੇ ਵਿੱਚ ਕਈ ਵਾਰੀ ਸ਼ੁਰੂ ਹੋ ਜਾਂਦਾ, ਸੁਸਾਇਟੀ ਵਿੱਚ ਤਾਂ ਹੁੰਦਾ ਹੀ ਹੈ। ਫਿਰ ਜਿਹੜੀ ਹੈ ਘਰ ਤੋਂ ਬਾਹਰ ਜਿਹੜੀ ਸੇਫਟੀ ਹੈ ਲੜਕੀਆਂ ਦੀ, ਉਹਦੀ ਅਜੇ ਵੀ ਕਿੰਨੀ ਸਮੱਸਿਆ ਹੈਗੀ ਹੈ, ਤੇ ਉਹ ਵੀ। ਤੇ ਫਿਰ ਜਿਹੜਾ ਹੈਗਾ ਈਵਨ ਲੜਕੀਆਂ ਦਾ ਕੋਈ ਵੀ ਜਿਹੜਾ ਘਰ ਹੈਗਾ, ਉਹ ਉਹਨਾਂ ਨੂੰ ਇਹੋ ਹੀ ਬਾਰ-ਬਾਰ ਕਿਹਾ ਜਾਂਦਾ ਕਿ ਜਿਹੜਾ ਸਹੁਰੇ ਉਹ ਤੇਰਾ ਘਰ ਹੈ, ਤਾਂ ਸਹੁਰੇ ਕਹਿੰਦੇ ਪੇਕੇ ਤੇਰਾ ਘਰ ਹੈ। ਤੇ ਉਹ ਲੜਕੀਆਂ ਨੂੰ ਕਈ ਵਾਰੀ ਜ਼ਿਹਨੀ ਤੌਰ ਤੇ ਉਹਨਾਂ ਦਾ ਕੋਈ ਵੀ ਘਰ ਨਹੀਂ ਹੁੰਦਾ, ਸਾਰੀ ਉਮਰ ਬੇਘਰੀਆਂ ਹੀ ਗੁਜ਼ਾਰ ਦਿੰਦੀਆਂ ਨੇ। ਹਾਂਜੀ, ਤੇ ਇਸ ਤਰ੍ਹਾਂ ਦੀਆਂ ਜਦੋਂ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ, ਤੇ ਉਹਨਾਂ ਨੂੰ ਫਿਰ ਆਪਣੀ ਹੋਂਦ ਦਾ, ਆਪਣੀ ਵੈਲਿਊ ਦਾ, ਜਿਹੜੀ ਆਪਣੀ ਉਹਨਾਂ ਦੀ ਜਿਹੜੀ ਖੁਸ਼ੀ ਹੋਈ ਕਦਰ ਹੈ ਉਹਨਾਂ ਦੇ ਕੋਲੋਂ, ਉਹਦਾ ਵੀ ਉਹਨਾਂ ਨੂੰ ਅਹਿਸਾਸ ਹੁੰਦਾ ਹੈ। ਤੇ ਸੁਸਾਇਟੀ ਵਿੱਚ ਜੋ ਤੁਹਾਡੀ ਦੇਣ ਹੈ, ਜੋ ਮਾਂ ਦੀ ਦੇਣ ਹੈ, ਉਹ ਪਿਓ ਦੀ ਦੇਣ ਨਹੀਂ ਹੈ, ਕਦੀ ਵੀ ਨਹੀਂ ਹੋ ਸਕਦੀ। ਜੀ, ਤੁਸੀਂ ਆਹ ਬਹੁਤ ਸੋਹਣਾ ਕਿਹਾ ਕਿ ਇੱਕ ਬੱਚੀ ਹੈ ਜਿਹੜੀ ਤੁਸੀਂ ਆਹ ਸੰਸਥਾ ਵੱਲੋਂ ਇੰਨਾ ਉਪਰਾਲਾ ਕਰ ਰਹੇ ਹੋ। ਇੱਕ ਬੱਚੀ ਹੈ, ਉਹ ਸ਼ੁਰੂ 'ਚ ਆਪਣੀ ਜਿਹੜੀ ਸੋਚ ਆ, ਜੇ ਆਪਾਂ ਰੂಢੀਵਾਦੀ ਕਹੀਏ ਜਾਂ ਕਿੱਦਾਂ, ਹਾਲਾਂਕਿ ਓਵਰ ਦ ਪੀਰੀਅਡਸ ਆਫ ਟਾਈਮ, ਜਿਹੜਾ ਹੁਣ ਟਾਈਮ ਚੱਲ ਰਿਹਾ, ਚੇਂਜ ਆ ਰਹੀਆਂ ਨੇ। ਪਹਿਲਾਂ ਉਹਨੂੰ ਕਿਹਾ ਜਾਂਦਾ ਕਿ ਇਹ ਬੇਗਾਨਾ ਧਨ ਆ, ਠੀਕ ਹੈ। ਉਸ ਤੋਂ ਬਾਅਦ ਜੇ ਪੜ੍ਹ ਗਈ ਤਾਂ ਠੀਕ ਹੈ, ਜਿੱਦਾਂ ਤੁਸੀਂ ਕਿਹਾ ਕਿ BA ਕਰਾਤੀ, ਚਲੋ ਜੀ ਚੰਗਾ ਘਰ ਮਿਲ ਗਿਆ ਤਾਂ ਉਹ ਦੂਸਰੇ ਘਰੇ ਚਲੀ ਜਾਂਦੀ, ਤਾਂ ਉੱਥੇ ਉਹ ਕਹਿੰਦੇ ਕਿ ਨਹੀਂ, ਤੂੰ ਹੁਣ ਜਿਹੜੀ ਇਹ ਘਰ ਤੇਰਾ ਮਾਂ ਬਾਪ ਤੇਰਾ ਘਰ ਸੀਗਾ, ਇਹ ਤਾਂ ਘਰ ਤੂੰ ਸਿਰਫ ਸੰਭਾਲਣ ਆਈ ਹੈ। ਸੋ ਜਿਹੜੀ ਸੋਚ ਹੈ ਜ਼ਹਿਨੀ ਤੌਰ ਦੇ ਉੱਤੇ, ਉਹ ਵਿਚਾਰੀ ਕਈ ਵਾਰੀ ਜਿਹੜੀ ਆਂਤਰਿਕ ਜਿਹੜੀ ਦਿਮਾਗੀ ਤੌਰ 'ਤੇ ਪੀੜਾ ਸਾਰੀ ਉਮਰ ਸਹਿਣ ਕਰਦੀ ਕਿ ਮੇਰਾ ਤਾਂ ਕੋਈ ਘਰ ਹੈ ਹੀ ਨਹੀਂ। ਉਹ ਕਹਿੰਦੇ ਸੀ ਬੇਗਾਨਾ ਘਰ ਆ, ਤੇ ਇਹ ਕਹਿੰਦੇ ਸੀ ਨਹੀਂ ਜੀ ਉਹ ਉਸ ਚੀਜ਼ ਦੇ ਵਿੱਚ ਸੈਲਫ ਕਾਨਫੀਡੈਂਸ ਐਜੂਕੇਸ਼ਨ ਨਾਲ ਹੀ ਆਉਂਦਾ, ਔਰ ਤੁਸੀਂ ਦੇ ਵੀ ਰਹੇ ਹੋ ਐਜੂਕੇਸ਼ਨ। ਇੱਕ ਚੀਜ਼ ਧੀਆਂ ਪੁਕਾਰਦੀਆਂ ਸੰਸਥਾ, ਮੈਂ ਤੁਹਾਨੂੰ ਕਹੂੰਗਾ ਸ਼ਾਇਦ ਤੁਸੀਂ ਕੀਤਾ ਵੀ ਹੋਊਗਾ, ਕਿ ਜਿਹੜਾ ਦਹੇਜ
ਦੀ ਪ੍ਰਥਾ ਆਪਣੇ ਇੰਡੀਆ ਵਿੱਚ ਹਾਲਾਂਕਿ ਘਟ ਰਹੀ ਅੱਗੇ ਨੂੰ ਤੁਹਾਡੇ ਵਰਗੇ ਗੁਣੀ ਗਿਆਨੀ ਬੰਦੇ ਜਿਹੜੇ ਆ ਉਹ ਸਮਾਜ ਸੇਵੀ ਬੰਦੇ ਆ ਆਵਾਜ਼ ਚੱਕ ਰਹੇ ਔਰ ਤੁਸੀਂ ਵੀ ਚੱਕਿਓ ਤਾਂ ਕਿ ਜਿਹੜੀ ਲੜਕੀ ਮਾਸਟਰ ਡਿਗਰੀ ਕਰ ਗਈ ਹੈ ਬੈਚਲਰ ਡਿਗਰੀ ਕਰ ਗਈ ਉਹ ਹੀ ਉਹਦਾ ਦਹੇਜ ਹੁੰਦਾ ਕਿਉਂਕਿ ਉਹਨੇ ਅੱਗੇ ਜਾ ਕੇ ਜੇ ਨੌਕਰੀ ਨਾ ਵੀ ਲੱਗੀ ਤਾਂ ਵੀ ਉਹਨੇ ਇੱਕ ਚੰਗੇ ਪਰਿਵਾਰ ਦੇ ਵਿੱਚ ਅਗਲੇ ਬੱਚਿਆਂ ਨੂੰ ਸਿੱਖਿਆ ਚੰਗੀ ਦੇਊਗੀ ਸਾਫ਼ ਸਫਾਈ ਦਾ ਖਿਆਲ ਰੱਖੂਗੀ ਔਰ ਗਾਂ ਜਿਹੜੀ ਪੀੜ੍ਹੀ ਅੱਗੇ ਵਧੂਗੀ ਉਹਦੇ ਉੱਤੇ ਵੀ ਹੋਊਗਾ ਕਿ ਨਹੀਂ ਇੱਕ ਪੜ੍ਹੀ ਲਿਖੀ ਮਦਰ ਆ ਸਾਡੀ ਆ ਪੜ੍ਹੀ ਲਿਖੀ ਵਾਈਫ ਆ ਉਹ ਘਰ ਸੰਭਾਲ ਲਊਗੀ ਕੀ ਕਹਿਣਾ ਚਾਹੋਗੇ ਇਹਦੇ ਉੱਤੇ ਅਸੀਂ ਦਹੇਜ ਦੇ ਬਿਲਕੁਲ ਖਿਲਾਫ ਹੈ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਦਹੇਜ ਦੀ ਰਸਮ ਹੈ ਇਹ ਤੇ ਮਨੁੱਖਤਾ ਦੇ ਮੱਥੇ ਤੇ ਕਲੰਕ ਹੈਗਾ ਜੀ ਦੇਖੋ ਜਿਸ ਪਰਿਵਾਰ ਨੇ ਇੱਕ ਲੜਕੀ ਨੂੰ ਪਾਲਿਆ ਪੜਾਇਆ ਪਹਿਲਾਂ ਤਾਂ ਚਲੋ ਪੜ੍ਹਾਈ ਨਹੀਂ ਉਸਦੀ ਖਾਲੀ ਪਾਲਦੇ ਸੀ ਨਾ ਹੁਣ ਤੇ ਪੜਾਇਆ ਪੜਾਉਂਦੇ ਵੀ ਆ ਪੜਾ ਕੇ ਉਹਨੂੰ ਕਮਾਉਣ ਯੋਗ ਬਣਾਇਆ ਤੇ ਫਿਰ ਉਹਨੂੰ ਤੁਹਾਡੇ ਪਰਿਵਾਰ ਦਾ ਮੈਂਬਰ ਬਣਾ ਦਿੱਤਾ ਆਪਣੇ ਪਰਿਵਾਰ ਵਿੱਚੋਂ ਅਸੀਂ ਉਹਨੂੰ ਕੱਢ ਕੇ ਤੁਹਾਡੇ ਪਰਿਵਾਰ ਦਾ ਹਿੱਸਾ ਬਣਾਤਾ ਉਹਨੇ ਤੁਹਾਡੇ ਪਰਿਵਾਰ ਦੇ ਸਹੁਰੇ ਪਰਿਵਾਰ ਦੇ ਬੱਚੇ ਪਾਲਣੇ ਨੇ ਉੱਥੋਂ ਕਮਾਈ ਕਰਕੇ ਲੈ ਕੇ ਆਉਣੀਆਂ ਨੂੰ ਉਸ ਤੋਂ ਵੱਡਾ ਦਾਜ ਹੋਰ ਕੀ ਹੋ ਸਕਦਾ ਹੈ ਇਸ ਤੋਂ ਵੱਡੀ ਕੁਰਬਾਨੀ ਪੇਰੈਂਟਸ ਵਾਸਤੇ ਹੋਰ ਕਿਹੜੀ ਹੈ ਤੁਸੀਂ ਕਿਹੜੀ ਉਹਨਾਂ ਨੇ ਕਿਹੜੀ ਹੋਰ ਕੁਰਬਾਨੀ ਦੀ ਤੁਸੀਂ ਆਸ ਰੱਖਦੇ ਆ ਇਹ ਤੇ ਜਿਹੜੇ ਦਾਜ ਮੰਗਦੇ ਨੇ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਅਸੀਂ ਕਿੰਨੇ ਘਟੀਆ ਕਿਸਮ ਦੇ ਇਨਸਾਨ ਆ ਕਿ ਅਸੀਂ ਇਸ ਇਨਸਾਨ ਦੀ ਇੰਨੀ ਵੱਡੀ ਸੈਕਰੀਫਾਈਸ ਦੀ ਕਦਰ ਨਹੀਂ ਕਰ ਰਹੇ ਅਸੀਂ ਉਹਨੂੰ ਤੇ ਅਸੀਂ ਉਹਨੂੰ ਅਜੇ ਹੋਰ ਕੁਝ ਦੇਣ ਲਈ ਕਹਿ ਰਹੇ ਹਾਂ ਅਸੀਂ ਜਦੋਂ ਐਪਲੀਕੇਸ਼ਨ ਭਰਦੇ ਹਾਂ ਉਹਦੇ ਵਿੱਚ ਇੱਕ ਸਾਡਾ ਐਫੀਡੇਵਿਟ ਹੈਗਾ ਪਲੈਜ ਫਾਰਮ ਅਸੀਂ ਉਹਨੂੰ ਕਹਿੰਦੇ ਆ ਉਹ ਅੰਗਰੇਜ਼ੀ ਵਿੱਚ ਵੀ ਹੈ ਤੇ ਪੰਜਾਬੀ ਵਿੱਚ ਵੀ ਹੈ ਤੇ ਉਹਦੇ ਵਿੱਚ ਉਹ ਲਿਖਿਆ ਹੁੰਦਾ ਹੈ ਮੈਨੂੰ ਉੱਠਣਾ ਪੈਣਾ ਨਹੀਂ ਮੈਂ ਤੁਹਾਨੂੰ ਇਟਸ ਓਕੇ ਮੈਂ ਦਰਸ਼ਕਾਂ ਨੂੰ ਸਕਰੀਨ ਤੇ ਦਿਖਾ ਦੂੰਗਾ ਜਦੋਂ ਤੁਸੀਂ ਸਾਨੂੰ ਭੇਜਿਆ ਹੋਇਆ ਤੇ ਕੁਲਦੀਪ ਸਿੰਘ ਜੀ ਅਖੀਰ ਦੇ ਵਿੱਚ ਕੁਝ NRIs ਨੂੰ ਜੇ ਤੁਸੀਂ ਇੱਥੇ ਸੁਨੇਹਾ ਦੇਣਾ ਚਾਹੋ ਤੁਹਾਡੀ ਧੀਆਂ ਪੁਕਾਰ ਦੀਆਂ ਆਰਗੇਨਾਈਜੇਸ਼ਨ ਬਾਰੇ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਆਪਣੇ ਕੋਲ 1.5 ਮਿੰਟ ਦਾ ਟਾਈਮ ਰਹਿ ਗਿਆ ਮੈਂ ਤਾਂ ਸਾਰੇ NRIs ਨੂੰ ਉਹੀ ਬੇਨਤੀ ਕਰਨਾ ਪਹਿਲਾਂ ਤਾਂ ਮੁੰਡਾ ਧੰਨਵਾਦ ਕਰਦਾ ਜਿਹੜੇ ਸਾਨੂੰ ਲਗਾਤਾਰ ਫੰਡ ਦੇ ਰਹੇ ਨੇ ਸਾਨੂੰ ਜਿਹੜੇ ਬਹੁਤੇ ਫੰਡਸ ਆਉਂਦੇ ਨੇ ਉਹ ACH ਅਕਾਊਂਟ ਨੇ ਹਰ ਮਹੀਨੇ ਉਹ ਆਪਣੇ ਆਪ ਹੀ ਸਾਡੀ ਬੈਂਕ ਵਿੱਚ ਆ ਜਾਂਦੇ ਨੇ ਪੈਸੇ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਮਾਣ ਵੀ ਹੈ ਕਿ ਇੱਕ ਜਾਂ ਦੋ ਬੰਦਿਆਂ ਤੋਂ ਇਲਾਵਾ ਹੁਣ ਤੱਕ ਸਾਡੇ ਪਿਛਲੇ 11 ਸਾਲਾਂ ਦੇ ਵਿੱਚ ਕਿਸੇ ਨੇ ਸਾਨੂੰ ਉਹ ਫੰਡ ਭੇਜਣੇ ਬੰਦ ਨਹੀਂ ਕੀਤੇ ਕਦੀ ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤਾ ਅਸੀਂ ਹਰ ਸਾਲ ਜਦੋਂ ਉਹਨਾਂ ਨੂੰ ਰਸੀਦ ਭੇਜਦੇ ਆ ਐਂਡ ਦੇ ਉੱਤੇ ਉਹਦੇ ਸਾਰੀ ਡਿਟੇਲ ਦੱਸ ਦਿੰਦੇ ਹਾਂ ਅਸੀਂ ਕਿ ਆਹ ਸਾਡਾ ਬਜਟ ਹੈ ਇੰਨੀਆਂ ਕੁੜੀਆਂ ਨੇ ਅਸੀਂ ਤੁਹਾਡੇ ਇੱਥੇ ਤੁਹਾਡੇ ਪੈਸੇ ਵਰਤਨੇ ਤੇ ਉਹਨਾਂ ਸਾਰਿਆਂ ਦੀ ਪੂਰੀ ਤਸੱਲੀ ਹੈ ਹਾਂ ਬਾਕੀ ਇਹ ਜ਼ਰੂਰ ਹੈ ਕਿ ਹੁਣ ਕਿਉਂਕਿ ਮੈਂ ਇਕੱਲਾ ਨਹੀਂ ਹੈ ਮੇਰੇ ਨਾਲ ਫਿਜ਼ੀਕਲ ਹੈਲਪ ਕਰਨ ਲਈ ਵੀ ਹੁਣ ਮਨਦੀਪ ਲੜਕੀ ਮੇਰੀ ਹੈਗੀ ਹੈ ਮੇਰੇ ਨਾਲ ਅਸੀਂ ਇਕੱਠੇ ਮਿਲ ਕੇ ਜੇ ਅਸੀਂ 300 ਕੁੜੀਆਂ ਦੀ ਜਗ੍ਹਾ ਅਸੀਂ 400-500 ਕੁੜੀਆਂ ਨੂੰ ਵੀ ਅਸੀਂ ਸੰਭਾਲ ਸਕਦੇ ਹਾਂ ਤੇ ਅਸੀਂ ਦੂਸਰਾ ਜਿਹੜਾ ਸੋਸ਼ਲ ਮੀਡੀਆ ਵੀ ਯੂਜ਼ ਕਰ ਰਹੇ ਹਾਂ ਉਹ ਮਨਦੀਪ ਨੇ ਸਾਰੀਆਂ ਉਹ ਕੁੜੀਆਂ ਦੇ ਹਰ ਕਾਲਜ ਦਾ ਇੱਕ ਵੱਖਰਾ ਚੈਟ ਗਰੁੱਪ ਬਣਾ ਦਿੱਤਾ ਤੇ ਉਹ ਉਹਨਾਂ ਸਾਰੀਆਂ ਕੁੜੀਆਂ ਦੇ ਨਾਲ ਉਹ ਇਨ ਟੱਚ ਰਹਿੰਦੀ ਹੈ ਜਿਹੜਾ ਵੀ ਕੋਈ ਮੈਸੇਜ ਮੇਰੇ ਵਾਲਾ ਹੁੰਦਾ ਉਹ ਗਾ ਮੈਨੂੰ ਪਾਸ ਔਨ ਕਰ ਦਿੰਦੀ ਹੈ ਤੇ ਸੋ ਇਸ ਕਰਕੇ ਸਾਨੂੰ ਜੇ ਤੁਸੀਂ ਫੰਡਸ ਜ਼ਿਆਦਾ ਦੇ ਸਕੋ ਤੇ ਅਸੀਂ ਜ਼ਿਆਦਾ ਕੁੜੀਆਂ ਦੀ ਹੈਲਪ ਕਰ ਸਕਾਂਗੇ ਬਾਕੀ ਇਹ ਜ਼ਰੂਰ ਆ ਕਿ ਇਹ ਧੀਆਂ ਪੁਕਾਰ ਦੀਆਂ ਸੰਸਥਾ ਜਿੱਦਾਂ ਹੁਣ ਤੱਕ ਚੱਲਦੀ ਰਹੀ ਹੈ ਇੱਦਾਂ ਚੱਲਣੀ ਹੈ ਇਹ $0 ਓਪਰੇਟਿੰਗ ਐਕਸਪੈਂਸਸ ਅਸੀਂ ਇੱਦਾਂ ਹੀ ਰੱਖਿਆ ਤੇ ਇੱਦਾਂ ਹੀ ਅਸੀਂ ਰੱਖਣਾ ਤੇ ਇਸ ਕਰਕੇ ਤੁਹਾਨੂੰ ਜੇ ਤੁਸੀਂ $10 ਵੀ ਦਿੰਦੇ ਆ ਤੁਹਾਡੇ $10 ਹੀ ਕਿਸੇ ਲੜਕੀ ਨੂੰ ਜਾਣਗੇ ਉਹਦੇ ਚੋਂ 1 ਸੈਂਟ ਵੀ ਰਸਤੇ ਵਿੱਚ ਕਿਤੇ ਹੋਰ ਖੁਰਦ ਬੁਰਦ ਨਹੀਂ ਹੁੰਦਾ ਤੇ ਇਹ ਸਟੈਂਡਰਡ ਅਸੀਂ ਮੇਨਟੇਨ ਕੀਤਾ ਜਿਹੜਾ ਕਿ ਸੌਖਾ ਨਹੀਂ ਹੈ ਬਹੁਤ ਸਾਰੀਆਂ ਇੱਥੇ ਸੰਸਥਾ ਹੈਗੀਆਂ ਜਿਹੜੀਆਂ ਚੈਰਿਟੀਜ਼ ਨੇ ਅਮਰੀਕਾ ਦੇ ਵਿੱਚ ਵੀ 80% ਉਹਨਾਂ ਦਾ ਓਪਰੇਟਿੰਗ ਐਕਸਪੈਂਸਿਸ ਹੈਗਾ ਕਈ ਤਾਂ IRS ਨੇ ਵਾਲੇ ਨੇ ਬੰਦ ਹੀ ਕਰ ਦਿੱਤੀਆਂ ਕਿ ਉਹਨਾਂ ਦਾ ਓਪਰੇਟਿੰਗ ਐਕਸਪੈਂਸਿਸ ਹੀ ਸਾਰਾ ਹੋ ਗਿਆ ਉਹ ਕੁਝ ਖਰਚ ਕਰਦੇ ਨਹੀਂ ਸੀ ਉਸ ਮਿਸ਼ਨ ਵਾਸਤੇ ਜੀ ਸੋ ਇਹ ਸਾਡੀ ਬੇਨਤੀ ਹੈ ਜੇ ਤੁਸੀਂ ਸਾਨੂੰ ਜ਼ਿਆਦਾ ਫੰਡ ਦੇ ਸਕੋਗੇ ਅਸੀਂ ਜ਼ਿਆਦਾ ਲੜਕੀਆਂ ਦੀ ਹੈਲਪ ਕਰ ਸਕਾਂਗੇ ਜੀ ਦਰਸ਼ਕਾਂ ਨੂੰ ਕਲੀਅਰ ਕਰਦਾ ਕਿ ਸਾਰੀ ਜਿਹੜੀ ਜਾਣਕਾਰੀ ਧੀਆਂ ਪੁਕਾਰ ਦੀਆਂ ਵੈਬ ਪੇਜ ਤੇ ਪਈ ਹੈ ਤੁਸੀਂ ਹੋਰ ਵੀ ਕੁਝ ਵੀ ਹੋਰ ਜਾਣਕਾਰੀ ਲੈਣੀ ਉਸ ਵੈਬ ਪੇਜ ਤੋਂ ਲੈ ਸਕਦੇ ਹੋ ਤੇ ਅਖੀਰ ਦੇ ਵਿੱਚ ਆਪਾਂ ਤੁਸੀਂ ਵਧਾਈ ਦੇ ਪਾਤਰ ਹੋ ਕੁਲਦੀਪ ਸਿੰਘ ਜੀ ਪ੍ਰਮਾਤਮਾ ਕਰੇ ਤੁਹਾਡੀ ਲੰਮੀ ਉਮਰ ਹੋਵੇ ਇੱਦਾਂ ਹੀ ਸੇਵਾ ਕਰਦੇ ਰਹੋ ਤੁਹਾਡੀ ਸੰਸਥਾ ਇੱਦਾਂ ਹੀ ਚੱਲਦੀ ਰਹੇ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਟਾਈਮ ਕੱਢਿਆ ਅਸੀਂ ਜਸ ਪੰਜਾਬੀ ਵੱਲੋਂ ਅਰਦਾਸ ਕਰਦੇ ਹਾਂ ਕਿ ਤੁਹਾਡੀ ਜਿਹੜੀ ਸੰਸਥਾ ਉਹ ਲੰਮਾ ਟਾਈਮ ਚੱਲੇ ਤੇ ਲੋਕਾਈ ਦੀ ਸੇਵਾ ਕਰਦੀ ਰਹੇ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਜੀ ਥੈਂਕ ਯੂ ਜੀ ਤੁਹਾਡੇ ਸਰੋਤਿਆਂ ਦਾ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
ਦਰਸ਼ਕੋ ਇਹ ਸਨ ਕੁਲਦੀਪ ਸਿੰਘ ਸਰਾ, ਬਹੁਤ ਵਧੀਆ ਉਹਨਾਂ ਨੇ ਬੜੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਧੀਆਂ ਪੁਕਾਰਦੀਆਂ ਆਰਗੇਨਾਈਜੇਸ਼ਨ ਦੀ। ਅਗੇਨ ਵੈਬ ਪੇਜ ਤੇ ਸਾਰਾ ਕੁਝ ਪਿਆ, ਤੁਸੀਂ ਜੇ ਆਪਦਾ ਹਿੱਸਾ ਪਾਉਣਾ ਪਾਓ। ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਹੀ ਸੀ। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।